बिघन विनाशन सोए। वाहिगुरु जी की फतेह है। बिघन विनाशन सोए। सतनाम श्री वाहिगुरु साहिब जी। दोहरा सद्दू सिख सपारिजा। प्रेम करी मन माए। श्री अर्जन सब जान कर पहुँचे तिस कर माए। वाहिगुरु जी का खालसा वाहिगुरु जी की फतेह। परम सन्मान योग चवर छतर तख्त दे मालक वालिए कुल आलम राजान राज पानान पान देवान देव उपमा महान साहिब धन धन सतगुरु श्री गुरु ग्रंथ साहिब जी महाराज। धन धन सतगुरु श्री गुरु तेग बहादुर जी महाराज। तिन्हां दे पावन मुबारक चरनां नाल निवाजी धरती गुरुद्वारा श्री दुख निवारण साहिब जी के पावन पवित्र मुकद्दस स्थानां ते रोजाना की तरह प्रेम सहित नेम सहित महाराजियों की पावन पवित्र हजूरी अंदर पावन चल रहे लड़ीवार गुर इतिहास की कथा सरवण करने हित प्रेम सहित हाजरियां भर रहे गुरु रूप गुरु खालसा जीओ। धन धन सतगुरु श्री गुरु अर्जन देव जी महाराज तिन्हां दे पावन पवित्र मुबारक इतिहास गुरु कृपा गुरु रहमत सदका सरवण कर रहे हैं। पावन कल दे इतिहास अंदर जो सरवण कीता सतगुरु श्री गुरु अर्जन देव जी महाराज लाहौर जाण तो पहला महाराजिया ने अत सत्कार योग मात गंगा जी नूं पातशाह जिया ने शरीर की नाशमानता बाबत और तुरंत तो प्रथम तरवास दिती भविखत समय वास्ते भी दस पाई है। साहिब श्री गुरु हरगोबिंद महाराज जियां नूं अपनी थाएं बिठाया है और बचन कीता सत्कार योग बाबा बुढ़ा साहिब जी तथा जिहड़े होर बजुर्ग गुरु के सिख भावनी वाले सन तिन्हां दे अनुसारी हो करके भाव जिवें ओ कहण उसे प्रकार चलना। और सतगुरु महाराज सच्चे पातशाह जी लाहौर नूं प्रस्थान करन तो पहला एक सिख नूं गोइंदवाल साहिब दी धरती ते भेजना कीता जाओ सत्कारयोग बाबा अरथमल जी नूं तुसी साडे वल्लों सुनेहा देना करो कि असीं लाहौर चले हाँ वो भी पहुंचण। बाबा अरथमल जी सतगुरु श्री गुरु अर्जन देव महाराजियां दे सत्कारयोग मामे दे पुत्र भरा लगदे हन। सो तिन्हां नूं भी सुनेहा पहुंचाया उन्हां कोल भी सुनेहा पहुंच गया। साध संगत जीओ चलन वास्ते 5 गुरु के सिख नाल तैयार हुए भाई विधिया जी भाई जेठा भाई लंग जी भाई पुराणा जी भाई पैड़ा जी। ये 5 गुरु के सिख साध संगत जीओ नाल महाराजियां दे चलन वास्ते लाहौर तैयार हुए हन। घट घट दियां जानन हारे हर एक हलत पलत दियां त्रैकालदर्शी स्वामी सतगुरु श्री गुरु अर्जन देव जी महाराज घट घट दियां जानदे ने भी वापरना की है उत्थे।
ਸਾਹਿਬ ਜੀ ਕੀ ਉਸਤਤ ਅੰਦਰ ਭੱਟ ਸਹਿਬਾਨਾਂ ਨੇ ਬਚਨ ਗਾਇਨ ਕੀਤੇ। ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਸੋਰਠਾ ਬਾਣੀ ਦੇ ਬਚਨ ਜੋ ਸਵਈਆਂ ਵਿੱਚ ਪੜ੍ਹਨੇ ਹਨ। ਸੋਰਠਾ ਸਰਲੇਖ ਹੇਠ ਗੁਰ ਅਰਜਨ ਪੁਰਖ ਪ੍ਰਮਾਣ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੌਣ ਹਨ? ਪੁਰਖ ਪ੍ਰਮਾਣ। ਪੁਰਖ ਪ੍ਰਮਾਣ ਕਹੀਏ ਪਰਮੇਸ਼ਰ ਹਨ। ਪਾਰਥੋ ਚਾਲੈ ਨਹੀਂ ਔਰ ਮਹਾਰਾਜ ਅਡੋਲ ਹਨ। ਮਹਾਰਾਜ ਡੋਲਦੇ ਨਹੀਂ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਡਰ ਵਿੱਚ ਨਹੀਂ ਹਨ। ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ। ਮਹਾਰਾਜ ਜੀ ਦੇ ਕੋਲ ਹੱਥ ਵਿੱਚ ਨੇਜਾ ਹੈ। ਭਾਈ ਸਾਹਿਬ ਜੀ ਕਿਹੜਾ ਨੇਜਾ? ਸੋ ਸ਼ਬਦ ਸਵਾਰਿਓ ਔਰ ਮਹਾਰਾਜ ਜੀ ਨੂੰ ਪਰਮੇਸ਼ਰ ਨੇ ਆਪ ਸਾਧੂ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਚੱਲੇ ਹਨ। ਔਰ ਜਦੋਂ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਜਦੋਂ ਲਾਹੌਰ ਵੱਲ ਚੱਲਦੇ ਹਨ, ਜਾਂਦਿਆਂ ਹੋਇਆਂ ਵੀ ਸਿੱਖਾਂ ਦੀਆਂ ਭਾਵਨਾ ਪੂਰੀਆਂ ਕਰਦੇ ਜਾਂਦੇ ਹਨ। ਗੱਜ ਕੇ ਆਖੋ ਸਤਿਨਾਮ। ਜਿਹਨੇ ਆਪਣੇ ਹਿਰਦੇ ਅੰਦਰ ਪ੍ਰੇਮ ਚੇਤੇ ਕੀਤਾ, ਮਹਾਰਾਜ ਗ੍ਰਹਿ ਵਿੱਚ ਵੀ ਪੈਰ ਪਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਬੁਲਾਉਂਦੇ ਮੇਰਾ ਸੱਧੂ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੇ ਅਨੰਨ ਸੇਵਕ ਹੋਏ। ਲਾਹੌਰ ਅੰਦਰ ਭਾਵਨੀ ਸੀ। ਮਹਾਰਾਜ ਕੋਈ ਸਮਾਂ ਕੱਢੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਘਰਾਂ ਵਿੱਚ ਆਪ ਆਪਣੇ ਮੁਬਾਰਕ ਚਰਨ ਪਾਓ ਗੁਰੂ ਕੀਆਂ ਸਿੱਖ ਸੰਗਤਾਂ ਸਹਿਤ। ਪਰ ਪਹਿਲਾਂ ਸਮਾਂ ਨਾ ਲੱਗਾ। ਹੁਣ ਮਹਾਰਾਜ ਲਾਹੌਰ ਗਏ ਹਨ। ਇਹ ਪਾਤਸ਼ਾਹ ਮਹਾਰਾਜ ਸੱਚਾ ਘਟ ਦਿਨਹਾਰੇ ਮਹਾਰਾਜ ਜਾਣਦੇ ਹਨ ਭਾਈ ਕਿ ਅਰਜੁਨਾ ਹੈ। ਸਤਿਗੁਰੂ ਮਹਾਰਾਜ ਹਲਤ ਪਲਤ ਦੇ ਰੱਖਿਅਕ ਸਾਹਿਬ ਜੀ ਜਾਣਦੇ ਹਨ। ਸੋ ਇੱਥੋਂ ਤੱਕ ਪਾਵਨ ਬਚਨ ਕੱਲ ਸਰਵਣ ਕੀਤੇ ਸਾਧ ਸੰਗਤ ਜੀਓ। ਬਖਸ਼ੋ ਅਸੀਸ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਮੁਬਾਰਕ ਚਰਨ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਲਈ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੱਦੂ ਸਿੱਖ ਸਪਾਰ ਜਾ ਪ੍ਰੇਮ ਮਾਏ। ਭਾਈ ਸੱਧੂ ਆਪਣੀ ਭਾਰਜਾ ਕਹੀਏ ਆਪਣੀ ਸੁਪਤਨੀ ਸਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਚਰਨ ਕਮਲਾਂ ਦਾ ਭੌਰਾ ਹੈ। ਸ਼੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਘਰ ਮਾਏ। ਤੇ ਜਿਨ੍ਹਾਂ ਨੂੰ ਭਾਈ ਸੱਧੂ ਪ੍ਰੇਮ ਕਰਦਾ ਹੈ ਉਹ ਵੀ ਜਾਣਦੇ ਹਨ ਭਾਈ ਸਾਡਾ ਸਿੱਖ ਸਾਨੂੰ ਆਪਣੇ ਹਿਰਦੇ ਅੰਦਰ ਕਿਤਨੀ ਥਾਂ ਦਿੰਦਾ ਹੈ। ਗੁਰੂ ਮਹਾਰਾਜ ਜੀ ਤਾਂ ਘੜ ਘੜ ਦੀਆਂ ਜਾਣਦੇ ਹਨ ਨਾ ਭਾਈ ਕਿਹੜਾ ਸਿੱਖ ਕਿਸ ਪ੍ਰਕਾਰ ਅਰਦਾਸ ਕਰ ਰਿਹਾ ਹੈ। ਕਿਹੜਾ ਸਿੱਖ ਆਪਣੀ ਜ਼ੁਬਾਨ ਤੋਂ ਅਰਦਾਸ ਕਰ ਰਿਹਾ, ਕਿਹੜਾ ਸਿੱਖ ਦਿਲ ਤੋਂ ਕਰ ਰਿਹਾ ਭਾਈ ਗੁਰੂ ਮਹਾਰਾਜ ਜੀ ਤਾਂ ਘੜ ਘੜ ਦੀਆਂ ਜਾਣਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਹਾਰੇ ਮਹਾਰਾਜ ਤਿਸ ਦੇ ਗ੍ਰਹਿ ਵਿਖੇ ਪਹੁੰਚੇ ਹਨ। ਚੌਪਈ ਹੀਰ ਆਨੰਦ ਰੂਪ ਗੁਰ ਕੀਰਾ। ਮਹਾਰਾਜ ਜੀਆਂ ਦਾ ਆਨੰਦ ਸਵਰੂਪ ਵੇਖ ਕਰਕੇ ਪਾਤਸ਼ਾਹ ਜੀਆਂ ਦੇ ਦੀਦਾਰ ਪਾ ਕਰਕੇ ਬੰਧਨ ਕਰੀ ਚਰਨ ਤਿਸ ਬੀਰਾ। ਔਰ ਸਵਾਮੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਚਰਨ ਕਮਲਾਂ ਤੇ ਮੱਥਾ ਟੇਕਿਆ ਹੈ। ਘਟ ਘਟ ਕੇ ਨਿਤ ਅੰਤਰ ਜਾਮੀ। ਸਾਹਿਬ ਜੀ ਤੁਸੀਂ ਘਟ ਘਟ ਦੀਆਂ ਜਾਣਨ ਹਾਰੇ ਹੋ। ਦਾਸ ਕਾਮਨਾ ਪੁਰਵੋ ਸਵਾਮੀ। ਮਹਾਰਾਜ ਤੁਸੀਂ ਆਪਣੇ ਸੇਵਕਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨੇ ਹਿਤ ਮਹਾਰਾਜ ਇਸ ਥਾਂ ਪਹੁੰਚੇ ਹੋ। ਧਨੀ ਸਿੱਖ ਧਰਮਸ਼ਾਲਾ ਚੋਰ। ਮਹਾਰਾਜ ਮੇਰੇ ਤੋਂ ਬਿਨਾ ਲਾਹੌਰ ਦੇ ਅੰਦਰ ਕਿਤਨੇ ਐਸੇ ਧਨਾੜ ਸਿੱਖ ਨੇ ਮੇਰੇ ਤੋਂ ਬਿਨਾ
ਕਿਤਨੀਆਂ ਐਸੀਆਂ ਬੇਸ਼ਕੀਮਤੀ ਮਹਿੰਗੀਆਂ ਸੋਹਣੀਆਂ ਧਰਮਸ਼ਾਲਾ ਬਣੀਆਂ ਹੋਣਗੀਆਂ, ਕਿਤਨੇ ਅਮੀਰ ਗੁਰੂ ਕੇ ਸਿੱਖਾਂ ਦੇ ਸੋਹਣੇ ਮਹਿਲ ਘਰ ਹੋਣਗੇ, ਪਰ ਮਹਾਰਾਜ ਤੁਸੀਂ ਸਾਰਿਆਂ ਦਿਆਂ ਘਰਾਂ ਨੂੰ ਛੱਡਦਿਆਂ ਹੋਇਆ ਉਰ ਕੀ ਲਖ ਆਏ ਮੁਰ ਓਰ। ਮਹਾਰਾਜ ਮੇਰੇ ਅੰਦਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਂਦਿਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਦਿਆਂ ਸਾਹਿਬ ਜੀ ਦੀਨ ਬੰਧੂ ਯਾਹੀ ਤੇ ਕਏ। ਮਹਾਰਾਜ ਸੱਚੇ ਪਾਤਸ਼ਾਹ ਤਾਈ ਆਪ ਜੀਓ ਕਾ ਨਾਮ ਦੀਨ ਬੰਧੂ ਹੈ। ਮਹਾਰਾਜ ਤੁਸੀਂ ਦੀਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਪ੍ਰਤਪਾਲਦੇ ਹੋ। ਪ੍ਰੇਮ ਬਸੀ ਤੁਮ ਕੋ ਸਭ ਲਏ। ਮਹਾਰਾਜ ਪ੍ਰੇਮ ਬਸੀ ਪ੍ਰੇਮ ਦੇ ਵਸ ਵਿੱਚ ਜਿਨ੍ਹਾਂ ਨੇ ਪ੍ਰੇਮ ਕੀਤਾ, ਸਾਚ ਕਹੋ ਸੁਨ ਲਿਓ ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਪ੍ਰੇਮ ਕੀਤਾ ਹੈ। ਹੱਥ ਜੋੜ ਬੋ ਉਸਤਤ ਕਰਕੇ ਔਰ ਪਾਤਸ਼ਾਹ ਮਹਾਰਾਜਿਆਂ ਦੇ ਹੱਥ ਜੋੜ ਕਰਕੇ ਉਸਤਤ ਕੀਤੀ ਹੈ। ਤਰੇ ਉਤਾਰੇ ਉਰ ਮੁਦ ਭਰ ਕੇ ਔਰ ਮਹਾਰਾਜਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੂੰ ਪ੍ਰੇਮ ਸਹਿਤ ਹੇਠਾਂ ਉਤਾਰਿਆ। ਲੈ ਕਰ ਗਇਓ ਸਦਨ ਕੇ ਅੰਦਰ ਮਹਾਰਾਜਿਆਂ ਨੂੰ ਆਪਣੇ ਗ੍ਰਹਿ ਵਿਖੇ ਘਰ ਵਿਖੇ ਪ੍ਰੇਮ ਸਹਿਤ ਸਤਕਾਰ ਸਹਿਤ ਜਿਉ ਆਇਆ ਕਹਿੰਦਿਆਂ ਨੂੰ ਭਾਈ ਯਥਾ ਸ਼ਕਤ ਜਿਤਨਾ ਵੀ ਅੰਦਰ ਭਾਈ ਘਰ ਦੇ ਅੰਦਰ ਕੋਈ ਵੀ ਇਹਨਾਂ ਕੋਲ ਸਾਜੋ ਸਮਾਨ ਸੀ ਪਾਤਸ਼ਾਹ ਜੀਆਂ ਦੀ ਜੀ ਆਇਆਂ ਕਹਿਣ ਵਾਸਤੇ ਮਹਾਰਾਜ ਜੀਆਂ ਲਈ, ਉਸ ਪ੍ਰਕਾਰ ਭਾਈ ਸੱਧੂ ਮਹਾਰਾਜ ਜੀਆਂ ਨੂੰ ਆਪਣੇ ਘਰ ਵਿਖੇ ਲਿਜਾ ਰਹੇ ਹਨ। ਨੌਤਨ ਪਲੰਗ ਡਸਾਇਓ ਸੁੰਦਰ ਔਰ ਨਵਾਂ ਪਲੰਗ ਨੌਤਨ ਪਲੰਗ ਕਹੀਏ ਨਵਾਂ ਸੁੰਦਰ ਪਲੰਗ ਮਹਾਰਾਜ ਜੀਆਂ ਦੇ ਬੈਠਣ ਵਾਸਤੇ ਆਸਨਾਂ ਲਈ ਡਾਇਆ ਹੈ। ਆਸਤਰਨ ਤੇ ਉਪਰ ਛਾਏ ਔਰ ਉਪਰ ਸੁੰਦਰ ਮਹਾਰਾਜ ਜੀਆਂ ਦੇ ਆਸਨ ਵਿਛਾਉਣਾ ਕੀਤੇ। ਕਰ ਬੇਨਤੀ ਸਤਿਗੁਰੂ ਬਿਠਾਏ ਔਰ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਸੁੰਦਰ ਨਵੇਂ ਪਲੰਗ ਦੇ ਉੱਪਰ ਮਹਾਰਾਜ ਆਪ ਆਸਨ ਲਾਉਣਾ ਕਰੋ। ਜਥਾ ਸ਼ਕਤ ਕਰ ਅਪਰ ਫਰਸ਼ ਕੋ ਔਰ ਹੋਰ ਜਿਹੜੇ ਗੁਰੂ ਕੇ ਸਿੱਖ ਆਏ ਸਨ ਭਾਈ ਜਿਤਨੀ ਕੋਈ ਗੁਰੂ ਕੇ ਸਿੱਖ ਦੇ ਕੋਲ ਯਥਾ ਸ਼ਕਤ ਅਨੁਸਾਰ ਕਿਤੇ ਵੀ ਬੈਠਣ ਯੋਗ ਥਾਂ ਸੀ, ਭਾਵੇਂ ਜੇ ਭੂੰਜੇ ਵੀ ਬੈਠਣਾ ਪਿਆ, ਬਾਕੀ ਗੁਰੂ ਕੇ ਸਿੱਖ ਬੈਠੇ ਹਨ ਪਾਤਸ਼ਾਹ ਜੀ ਕੇ ਹਜੂਰ, ਤਿਨਾਂ ਦੇ ਵਾਸਤੇ ਉਸ ਗੁਰੂ ਕੇ ਸਿੱਖ ਨੇ ਭਾਵ ਬੜੇ ਪ੍ਰੇਮ ਸਹਿਤ ਸੁੰਦਰ ਫਰਸ਼ ਸੁੰਦਰ ਆਸਨ ਲਾਏ ਹਨ। ਸਿੱਖ ਬਿਠਾਏ ਧਾਰ ਹਰਸ਼ ਕੋ ਔਰ ਬੜੇ ਖੁਸ਼ੀ ਸਹਿਤ ਮਹਾਰਾਜਿਆਂ ਦੇ ਸਿੱਖਾਂ ਨੂੰ ਪ੍ਰੇਮ ਸਹਿਤ ਉਸ ਥਾਂ ਬਿਠਾਇਆ ਹੈ। ਔਰ ਸਰਬ ਸੇਵਾ ਕਰਨੀ ਕੇ ਔਰ ਨਾਨਾ ਪ੍ਰਕਾਰ ਸੇਵਾਵਾਂ ਆਰੰਭੀਆਂ ਹਨ। ਚਰਨ ਪਖਾਰਤ ਪਾ ਸਭ ਹੀ ਕੇ ਔਰ ਸਾਰਿਆਂ ਦੇ ਪ੍ਰਥਮ ਮਹਾਰਾਜਿਆਂ ਦੇ ਮੁਬਾਰਕ ਚਰਨਾਂ ਨੂੰ ਪਰਸਿਆ, ਫਿਰ ਨਾਲ ਜਿਹੜੇ ਗੁਰੂ ਕੀਆਂ ਸਿੱਖ ਸੰਗਤਾਂ ਭਾਈ ਤਿਨਾਂ ਦੇ ਚਰਨ ਪਖਾਰੇ ਹਨ। ਸ੍ਰੀ ਸਤਿਗੁਰ ਕੇ ਚਰਨ ਪਖਾਰੇ ਸਤਿਗੁਰੂ ਮਹਾਰਾਜਿਆਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ ਨੂੰ ਪਖਾਰਦਿਆਂ ਹੋਇਆ ਚਰਨਾਮ੍ਰਿਤ ਕੁਟੰਬ ਮੁਖ ਡਾਰੇ ਔਰ ਮਹਾਰਾਜਿਆਂ ਦੇ ਪਾਵਨ ਚਰਨਾਮ੍ਰਿਤ ਨੂੰ ਪੀਤਾ ਹੈ। ਸਰਬ ਸਦਨ ਮੈਂ ਛਿਰਕਨ ਕੀਨ ਔਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਉਸ ਚਰਨਾਮ੍ਰਿਤ ਨੂੰ ਸਾਰੇ ਘਰ ਦੇ ਅੰਦਰ ਛੱਟਾ ਦਿੱਤਾ। ਭਇਓ ਨਿਆਲ ਅਧਿਕ ਫਲ ਲੀਨਸ ਔਰ ਮਹਾਰਾਜ ਜੀਓ ਕੇ ਹਜੂਰ ਪਾਤਸ਼ਾਹ ਜੀਆਂ ਦੀਆਂ ਸੇਵਾਵਾਂ ਵਿੱਚੋਂ ਵੱਡਾ ਫਲ ਪ੍ਰਾਪਤ ਕੀਤਾ ਇਸ ਗੁਰੂ ਕੇ ਸਿੱਖ ਨੇ। ਸਭ ਵਿਦ ਕੀ ਸੁਚਤਾ ਤਬ ਕਰੀ ਔਰ ਫਿਰ ਭਾਈ ਜੋ ਲੰਗਰ ਪ੍ਰਸ਼ਾਦ ਤਿਆਰ ਕਰਨੇ ਵਾਲੇ ਹਨ ਤਿਨਾਂ ਨੇ ਹਰ ਪ੍ਰਕਾਰ ਸੁਚਤਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੇਪਨ ਆਦਰ ਸੋਈ ਤਰੀ ਔਰ ਰਸੋਈ ਨੂੰ ਬੜੇ ਧਿਆਨ ਸਹਿਤ ਸੁਚਮਤਾਈ ਸਹਿਤ ਭੋਜਨ ਕਰਨ ਹਾਰ ਇਸ਼ਨਾਨੇ ਔਰ ਜਿਨ੍ਹਾਂ ਨੇ ਭਾਈ ਭੋਜਨ ਤਿਆਰ ਕਰਨਾ ਹੈ ਪ੍ਰਥਮ ਤਿਨਾਂ ਨੇ ਆਪਣੇ ਤਨ ਦੀ ਸੁਚਮਤਾਈ ਇਸ਼ਨਾਨ ਕਰਕੇ, ਕਿਉਂਕਿ ਗੁਰੂ ਮਹਾਰਾਜ ਜੀਆਂ ਦੇ ਵਾਸਤੇ ਲੰਗਰ ਪ੍ਰਸ਼ਾਦ ਭਾਈ ਉਹ ਤਿਆਰ ਕਰਨ ਲੱਗੇ ਹਨ, ਪ੍ਰਥਮ ਤਿਨਾਂ ਨੇ ਖੁਦ ਇਸ਼ਨਾਨ ਕੀਤਾ। ਸੁਚ ਸੋ ਨੀਰ ਨਿਉ ਪਰ ਆਨੇ ਔਰ ਤਿਨਾਂ ਨੇ ਨਿਰਮਲ ਨੀਰ ਭਰ ਕੇ ਲੈ ਕੇ ਆਂਦਾ ਹੈ। ਬਾਸਨ ਸਕਲ ਮਾਂਜ ਕਰ ਬ੍ਰਿੰਦ ਔਰ ਕਹਿੰਦੇ ਹਰ ਇੱਕ ਬਰਤਨ ਨੂੰ ਵਾਰ-ਵਾਰ ਤੇ ਬੜੇ ਪ੍ਰੇਮ ਸਹਿਤ ਮਹਾਰਾਜੀਆਂ ਦੇ ਗੁਰੂ ਕੀਆਂ ਸਿੱਖ ਸੰਗਤਾਂ ਨੇ ਭਾਈ ਪ੍ਰਸ਼ਾਦਾ ਛਕਣਾ ਹੈ। ਕੀ ਕਹਿ ਰਹੇ ਹਨ ਭਾਈ? ਕਹਿੰਦੇ ਗੁਰੂ ਮਹਾਰਾਜ ਜੀ ਆਏ ਹਨ, ਗੁਰੂ ਮਹਾਰਾਜ ਜੀਆਂ ਕੀਆਂ ਸਿੱਖ ਸੰਗਤਾਂ ਭਾਈ ਘਰ ਵਿੱਚ ਆਈਆਂ ਹਨ,
ਭਾਈ ਤਿਨਾਂ ਦੇ ਵਾਸਤੇ ਪ੍ਰੇਮ ਸਹਿਤ ਹਰ ਇੱਕ ਸੁਚਮਤਾਈ ਦਾ ਧਿਆਨ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀਓ ਕੀਆਂ ਸੇਵਕਾਂ ਸਿੱਖ ਸੰਗਤਾਂ ਵਾਸਤੇ ਸੁਚਮਤਾਈ ਸਹਿਤ ਪ੍ਰਸ਼ਾਦ ਪਾਣੀ ਤਿਆਰ ਕਰਨ ਲੱਗੇ ਹਨ। ਪਾਵਨਤਾ ਕਰ ਤਬੇ ਬਿਲੰਦ ਔਰ ਮਹਾਰਾਜ ਜੀਓ ਕੇ ਹਜੂਰ ਪਾਵਨਤਾ ਕਹੀਏ ਉਸ ਥਾਂ ਤੇ ਧਿਆਨ ਰੱਖਦਿਆਂ ਹੋਇਆਂ ਸੁੰਦਰ ਅਨ ਚੂਨ ਗੌਤਮ ਔਰ ਭਾਵ ਬੜੇ ਪ੍ਰੇਮ ਸਹਿਤ ਪਹਿਲਾਂ ਕਣਕ ਜੋ ਪ੍ਰਥਮ ਧੋਤੀ ਹੋਈ ਕਣਕ ਤੇ ਉਹਦਾ ਆਟਾ ਭਿਆ ਕੇ ਉਹਨਾਂ ਨੇ ਲਿਆਂਦਾ ਹੈ। ਸੂਕਮ ਚਾਵ ਤਰ ਸੁਧ ਭੂਮ ਔਰ ਸੁੰਦਰ ਭਾਵ ਬੜੇ ਸੁੰਦਰ ਚੌਲ ਇਹਨਾਂ ਨੇ ਤਿਆਰ ਕਰਨ ਲੱਗੇ। ਪੈਤ ਬਣਾਈ ਡਾਲ ਮਸਾਲੇ ਔਰ ਪ੍ਰਸ਼ਾਦ ਪਾਣੀ ਦੇ ਸਹਿਤ ਪਹਿਤ ਕਈਏ ਦਾਲ ਪਹਿਤ ਬਣਾਈ ਡਾਲ ਮਸਾਲੇ ਮਹਾਰਾਜ ਜੀਓ ਕੇ ਹਜੂਰ ਦਾਲ ਤਿਨਾਂ ਨੇ ਤਿਆਰ ਕੀਤੀ। ਪਾਇਸ ਪਾਕ ਕੀਨ ਬਿਦ ਨਾਲੇ ਔਰ ਨਾਲ ਹੀ ਜਿਹੜੀਆਂ ਸਿੱਖ ਸੰਗਤਾਂ ਆਈਆਂ ਮਿੱਠੇ ਵਾਸਤੇ ਨਾਲ ਖੀਰ ਰਿੱਧੀ ਹੈ ਖੀਰ ਤਿਆਰ ਕੀਤੀ। ਕ੍ਰਿਤ ਸੋ ਮੇਲ ਬਨਾਇਓ ਨੀਕੋ ਔਰ ਹੋਰ ਭਾਈ ਵਿੱਚ ਘਿਓ ਬੜੇ ਪ੍ਰੇਮ ਸਹਿਤ ਮਹਾਰਾਜ ਜੀਓ ਕੇ ਵਾਸਤੇ ਸਿੱਖ ਸੰਗਤਾਂ ਲਈ ਪਾਇਆ ਹੈ। ਕਰ ਤਿਆਰੀ ਭੋਜਨ ਸਭਈ ਕੋ ਔਰ ਸਾਰਿਆਂ ਦੇ ਲਈ ਤਿਆਰ ਕੀਤਾ ਭੋਜਨ ਪ੍ਰਸ਼ਾਦ। ਬੋਦੀਪਕ ਸਗਰੇ ਕਰ ਕਰੇ ਔਰ ਸੰਧਿਆ ਦਾ ਵੇਲਾ ਹੋ ਚੁੱਕਾ ਸੀ ਔਰ ਸਾਰੀਆਂ ਨੁਕਰਾਂ ਦੇ ਅੰਦਰ ਆਲਿਆਂ ਦੇ ਵਿੱਚ ਬੜੇ ਪ੍ਰੇਮ ਸਹਿਤ ਘਿਓ ਦੇ ਦੀਵੇ ਬਾਲ ਕਰਕੇ ਮਹਾਰਾਜ ਜੀ ਉਹਨੂੰ ਜੀ ਆਇਆਂ ਕਹਿਣ ਵਾਸਤੇ ਚਿੱਤ ਵਿੱਚ ਇਹ ਸੀ ਵੀ ਕੋਈ ਵੀ ਨੁੱਕਰ ਅਜਿਹੀ ਨਾ ਹੁਣ ਰਹਿ ਜਾਵੇ ਜਿੱਥੇ ਭਾਈ ਹਨੇਰਾ ਹੋਵੇ। ਪ੍ਰੇਮ ਸਹਿਤ ਸਾਰੇ ਪਾਸੇ ਇਹਨਾਂ ਨੇ ਚਾਨਣ ਕੀਤਾ। ਚੌਂਕੀ ਨਹੀਂ ਡਸਾਈ ਤਰੇ ਔਰ ਮਹਾਰਾਜ ਜੀਆਂ ਦੇ ਵਾਸਤੇ ਜਿਸ ਥਾਂ ਮਹਾਰਾਜ ਜੀਆਂ ਨੇ ਪ੍ਰਸ਼ਾਦ ਪਾਣੀ ਲੰਗਰ ਪ੍ਰਸ਼ਾਦ ਛਕਣਾ ਸੀ ਉਸ ਥਾਂ ਤੇ ਸੁੰਦਰ ਨਵੀਂ ਚੌਂਕੀ ਡਾਈ ਹੈ। ਹੱਥ ਜੋੜ ਆਗੇ ਹੋਏ ਖਰੋ ਔਰ ਹੱਥ ਜੋੜ ਕਰਕੇ ਮਹਾਰਾਜ ਜੀਓ ਕੇ ਹਜੂਰ ਕਹੋ ਗੁਰੂ ਜੀ ਭੋਜਨ ਕਰੋ ਔਰ ਪ੍ਰਥਮ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰੋ ਪ੍ਰਥਮ ਆਪ ਜੀ ਭੋਜਨ ਪ੍ਰਸ਼ਾਦ ਛਕਣਾ ਕਰੋ। ਸੁਨਤ ਉਠੇ ਲੱਖ ਪ੍ਰੇਮ ਕਨੇਰਾ ਦੂਸਰੇ ਪਾਸੇ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਇਹ ਵੇਖ ਰਹੇ ਹਨ ਗੁਰੂ ਕੇ ਸਿੱਖ ਦੇ ਅੰਦਰ ਪ੍ਰੇਮ ਕਿਤਨਾ ਹੈ। ਭਾਈ ਇਹ ਪ੍ਰੇਮ ਦੀ ਖੇਡ ਹੀ ਹੈ ਜਿਹੜੇ ਮਹਾਰਾਜ ਜੀਓ ਕੇ ਹਜੂਰ ਦੇ ਅੰਦਰ ਇਹ ਥਾਂ ਮਿਲਣੀ ਘਰਾਂ ਦੇ ਅੰਦਰ ਜਾਣਾ ਮਹਾਰਾਜ ਜੀਆਂ ਦੇ ਭਾਈ ਇਹ ਪ੍ਰੇਮ ਹੀ ਹੈ। ਜਿਨ੍ਹਾਂ ਨੇ ਜਿਤਨਾ ਪ੍ਰੇਮ ਦੇ ਨਾਲ ਮਹਾਰਾਜ ਜੀਆਂ ਨੂੰ ਰਿਝਾਇਆ ਸਤਿਗੁਰੂ ਮਹਾਰਾਜ ਜੀ ਘਟ ਘਟ ਦੀਆਂ ਜਾਣਨ ਹਾਰੇ ਜਾਣਦੇ ਹਨ ਕਿ ਇਹ ਸਿੱਖ ਕਿਤਨੇ ਪ੍ਰੇਮ ਸਹਿਤ ਬਚਨ ਪੜਦਾ ਹੈ ਕਿਤਨੇ ਪ੍ਰੇਮ ਸਹਿਤ ਗੁਰੂ ਮਹਾਰਾਜ ਜੀ ਨੂੰ ਯਾਦ ਕਰਦਾ ਪਰਮੇਸ਼ਰ ਨੂੰ ਸਾਹਿਬ ਜਾਣਦੇ ਹਨ। ਚੌਂਕੀ ਪਰ ਬੈਠੇ ਤਿਸ ਬੇਰਾ ਮਹਾਰਾਜ ਚੌਂਕੀ ਉੱਪਰ ਭੋਜਨ ਪ੍ਰਸ਼ਾਦ ਲੰਗਰ ਪ੍ਰਸ਼ਾਦ ਛਕਣ ਲੱਗਿਆ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ ਔਰ ਇਹਨੇ ਪ੍ਰੇਮ ਸਹਿਤ ਮਹਾਰਾਜ ਜੀਆਂ ਦੇ ਸਾਵੇਂ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਾਵੇਂ ਥਾਲ ਪਰੋਸਿਆ ਹੈ। ਭਖਿਆ ਭੋਜ ਲਹਿਜ ਅਰ ਚੋਸਾ ਔਰ ਉਸ ਥਾਈ ਮਹਾਰਾਜ ਜੀਓ ਕੇ ਹਜੂਰ ਚਾਰ ਤਰ੍ਹਾਂ ਦੇ ਪਕਵਾਨ ਗੁਰੂ ਮਹਾਰਾਜ ਜੀਓ ਕੇ ਹਜੂਰ ਰੱਖਣਾ ਕੀਤੇ। ਭਖਿਆ ਕਹੀਏ ਚੱਬਣ ਵਾਲੇ ਭੋਜ ਕਹੀਏ ਜਿਵੇਂ ਪ੍ਰਸ਼ਾਦਾ ਪਾਣੀ ਹੁੰਦਾ ਹੈ ਭਖਿਆ ਕਹੀਏ ਜਿਵੇਂ ਛੋਲੇ ਆਪਾਂ ਚਾਬਣੇ ਹਾਂ ਭਖਿਆ ਕਹੀਏ ਜਿਸ ਪ੍ਰਕਾਰ ਸਾਧ ਸੰਗਤ ਜੀ ਰੋਟੀ ਆਪਾਂ ਛਕਦੇ ਹਾਂ। ਲੇਹਜ ਅਰ ਚੋਸਾ ਪੀਣ ਯੋਗ ਪਾਣੀ ਜਿਵੇਂ ਦੁੱਧ ਆਪਾਂ ਛਕਦੇ ਹਾਂ ਚੋਸਾ ਕਹੀਏ ਜਿਵੇਂ ਅੰਬ ਆਪਾਂ ਇਹ ਛਕਦੇ ਹਾਂ। ਇਸ ਪ੍ਰਕਾਰ ਪਾਤਸ਼ਾਹ ਜੀ ਦੇ ਸਾਵੇਂ ਥਾਲ ਪਰੋਸਿਆ ਹੈ। ਤੁਰਸ਼ ਮధుਰ ਅਰ ਤਿਕਤ ਸਲੋਨ ਤੁਰਸ਼ ਖੱਟੇ ਮਿੱਠੇ ਹਰ ਪ੍ਰਕਾਰ ਦੇ ਭੋਜਨ ਆਗੇ ਤਰਿਓ ਗੁਰ ਕੇ ਤੌਨ ਤਿਨਾਂ ਨੇ ਦੰਪਤੀ ਜੋੜੇ ਭਾਈ ਸੱਧੂ ਤਥਾ ਤਿਨਾਂ ਦੀ ਸੁਪਤਨੀ ਨੇ ਪ੍ਰੇਮ ਸਹਿਤ ਮਹਾਰਾਜ ਜੀਓ ਕੇ ਹਜੂਰ ਸੇਵਾ ਕੀਤੀ। ਹੱਥ ਜੋੜ ਸਨਮੁਖ ਰਹਿ ਕਰੋ ਔਰ ਹੱਥ ਜੋੜ ਕਰਕੇ ਜਦੋਂ ਤੱਕ ਪਾਤਸ਼ਾਹ ਜੀ ਮਹਾਰਾਜ ਪ੍ਰਸ਼ਾਦ ਪਾਣੀ ਛਕ ਰਹੇ ਹਨ
ਦੋਵੇਂ ਹੀ ਜੀਉ ਸਥਾਏ ਹੱਥ ਜੋੜ ਕੇ ਖਲੋਤੇ ਹਨ। ਚਾਹਤ ਹੁਕਮ ਸੋ ਸੇਵਾ ਕਰੋ। ਬਸ ਚਾਹੁੰਦੇ ਕਿ ਮਹਾਰਾਜ ਜੀ ਕੋਈ ਮੁਬਾਰਕ ਬਚਨ ਆਪਣੀ ਰਸਨਾ ਤੋਂ ਕਹਿਣ ਤੇ ਅਸੀਂ ਉਹ ਹੁਕਮ ਮਹਾਰਾਜ ਜੀਆਂ ਦਾ ਮੰਨੀਏ। ਸਿੱਖਨ ਸਹਿਤ ਸੋ ਕਰਿਓ ਆਹਾਰੇ। ਔਰ ਸਾਰੀ ਸੰਗਤ ਸਹਿਤ ਮੇਰੇ ਸਾਹਿਬ ਜੀ ਨੇ ਪ੍ਰਸ਼ਾਦ ਪਾਣੀ ਲੰਗਰ ਪ੍ਰਸ਼ਾਦ ਅਚਵਿਆ। ਤ੍ਰਿਪਤ ਪਏ ਸਭ ਹੱਥ ਪਖਾਰੇ। ਔਰ ਸਾਰੀ ਸੰਗਤ ਮਹਾਰਾਜ ਜੀਆਂ ਨੇ ਪ੍ਰਥਮ ਹੱਥ ਸੁੱਚੇ ਕੀਤੇ। ਸਾਰੀ ਸੰਗਤ ਨੇ ਇਸ ਪ੍ਰਕਾਰ ਸੱਦੂ ਮਾਨ ਰਾਖ ਬੇਕਾਰਨ। ਮਹਾਰਾਜ ਘਟ ਘਟ ਦੀਆਂ ਜਾਣਨ ਹਾਰੇ ਭਾਈ। ਦੰਪਤੀ ਜੋੜਾ ਉਸੇ ਤਰ੍ਹਾਂ ਭਾਈ ਸੱਦੂ ਤਿਨਾਂ ਦੀ ਸੁਪਤਨੀ ਹੱਥ ਜੋੜ ਕੇ ਲਾਹੌਰ ਖਲੋਤੇ ਮਹਾਰਾਜ ਜੀਆਂ ਦੇ ਲੰਗਰ ਛਕਾਉਂਦਿਆਂ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੀ ਨੂੰ ਪ੍ਰਵਾਨ ਕਰਦਿਆਂ ਹੋਇਆ ਸਵਾਦ ਸਰਾਹਤ ਪੇ ਆਹਾਰਨ। ਤੇ ਸਾਹਿਬ ਜੀ ਕਹਿਣ ਲੱਗੇ ਭਾਈ ਸੱਦੂ ਦੀ ਸੁਪਤਨੀ ਨੂੰ, ਭਾਈ ਸੱਦੂ ਜੀ ਨੂੰ ਕਹਿੰਦੇ ਭੋਜਨ ਪ੍ਰਸ਼ਾਦ ਬੜਾ ਸਵਾਦ ਬਣਾਇਆ ਹੈ ਭਾਈ। ਬੜੇ ਤੁਸਾਂ ਪ੍ਰੇਮ ਸਹਿ ਤਥਾ ਸਵਾਦਿਸ਼ਟ ਭੋਜਨ ਪ੍ਰਸ਼ਾਦ ਲੰਗਰ ਪ੍ਰਸ਼ਾਦ ਤਿਆਰ ਕੀਤਾ। ਹੱਥ ਜੋੜ ਕੇ ਮੈਂ ਕਿਸ ਲਾਇਕ। ਭਾਈ ਸੱਦੂ ਜੀ ਕਹਿਣ ਲੱਗੇ ਮਹਾਰਾਜ ਅਸੀਂ ਕੌਣ ਹਾਂ ਤਿਆਰ ਕਰਨ ਵਾਲੇ ਤੇ ਅਸੀਂ ਕੌਣ ਹਾਂ ਸੇਵਾ ਕਰਨ ਵਾਲੇ। ਮੈਂ ਕਿਸ ਲਾਇਕ, ਅਸੀਂ ਕਿਹੜੇ ਲਾਇਕ ਹਾਂ। ਦੀਨ ਦਿਆਲ ਤੁਮ ਸਹਿਜ ਸੁਭਾਇਕ। ਮਹਾਰਾਜ ਦੀਨ ਦਿਆਲ ਦੀਨ ਬੰਧੂ ਮੇਰੇ ਸਾਹਿਬ ਜੀ ਤੁਸੀਂ ਆਪ ਹੀ ਇਹ ਕਾਰਜ ਕਰਵਾਉਂਦੇ ਹੋ। ਜਿਮ ਦੁਰਜੋਧਨ ਆਦਿਕ ਤਿਆਗੇ। ਔਰ ਹੁਣ ਅੱਗੇ ਇੱਥੇ ਭਾਈ ਜੀ ਨੇ ਉਦਾਹਰਣ ਦਿੱਤੇ ਜਿਮ ਦੁਰਯੋਧਨ ਆਦਿਕ ਤਿਆਗੇ। ਜਿਸ ਪ੍ਰਕਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦਿੱਲੀ ਦੀ ਧਰਤੀ ਤੇ ਦੁਰਯੋਧਨ ਨੂੰ ਤਿਆਗਦਿਆਂ ਹੋਇਆ ਸਦਨ ਬਿਦਰ ਕੇ ਬਸ ਅਨੁਰਾਗੇ। ਔਰ ਬਿਦਰ ਦੇ ਘਰ ਦੇ ਅੰਦਰ ਬਿਦਰ ਦਾਸੀ ਦਾ ਪੁੱਤਰ ਬਿਦਰ ਸੀ। ਇਹ ਪਾਵਨ ਪਵਿੱਤਰ ਸ਼ਬਦ ਵੀ ਬਾਣੀ ਵਿੱਚ ਇਸੇ ਪ੍ਰਕਾਰ ਆਉਂਦਾ ਹੈ। ਪਾਵਨ ਪਵਿੱਤਰ ਮਾਰੂ ਰਾਗ ਦੇ ਸ਼ਬਦ ਹਨ ਬਾਬਾ ਕਬੀਰ ਸਾਹਿਬ ਜੀ ਦੇ। ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭ੍ਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ। ਸਾਰੀ ਰਾਤ ਦੁਰਯੋਧਨ ਨੂੰ ਢੀਕਦਾ ਰਿਹਾ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਮੇਰੇ ਘਰ ਹੀ ਆਉਣਗੇ। ਦਿੱਲੀ ਦੀ ਧਰਤੀ ਤੇ ਮੇਰੇ ਘਰ ਤੋਂ ਬਿਨਾ ਹੋਰ ਏਡਾ ਸੋਹਣਾ ਘਰ ਹੀ ਨਹੀਂ ਕਿਸੇ ਦਾ ਵੀ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜਾਣ। ਤੇ ਕਹਿੰਦੇ ਰਾਤ ਬਤੀਤ ਹੋਈ ਭਗਵਾਨ ਸ਼੍ਰੀ ਕ੍ਰਿਸ਼ਨ ਉਹਦੇ ਘਰ ਹੀ ਨਾ ਗਏ। ਦਿਨ ਚੜਿਆ ਤੇ ਪੁੱਛਣਾ ਕੀਤਾ ਕਹਿੰਦੇ ਰਾਤ ਕਿੱਥੇ ਰਹੇ। ਤੇ ਜਿਹੜਾ ਉਹ ਉੱਤਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਰਹੇ ਨੇ ਬਾਬਾ ਕਬੀਰ ਸਾਹਿਬ ਜੀ ਉਹ ਬਚਨ ਸ਼ਬਦ ਉਚਾਰ ਰਹੇ ਨੇ। ਇਹ ਸ਼ਬਦ 1105 ਅੰਗ ਤੇ ਮਾਰੂ ਰਾਗ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਦਾ ਹੈ। ਆਰੰਭ ਤੇ ਉਹ ਬਚਨ ਪ੍ਰਾਰੰਭ ਹੁੰਦੇ ਨੇ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜਿਵੇਂ ਉੱਤਰ ਦੇ ਰਹੇ ਨੇ ਤੇ ਬਾਬਾ ਕਬੀਰ ਸਾਹਿਬ ਉਹ ਲਿਖ ਰਹੇ ਨੇ ਰਾਜਨ। ਰਾਜਨ ਕਿਸ ਨੂੰ ਸੰਬੋਧਨ ਕੀਤਾ? ਦੁਰਯੋਧਨ ਨੂੰ। ਰਾਜਨ ਕੌਣ ਤੁਮਾਰਾ ਆਵੇ, ਤੇਰੇ ਘਰ ਕੌਣ ਆਵੇ ਬਈ? ਕਿਉਂ ਜੀ? ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੈ। ਮੈਂ ਤਾਂ ਪ੍ਰੇਮ ਵੇਖਿਆ ਬਿਦਰ ਦਾ। ਹਸਤੀ ਦੇਖ ਭਰਮ ਤੇ ਭੂਲਾ। ਤੂੰ ਤਾਂ ਆਪਣੇ ਹਾਥੀ ਵੇਖ ਕੇ ਭੁੱਲ ਗਿਆ। ਹੰਕਾਰ ਦੇ ਘੋੜੇ ਚੜਿਆ ਨਾ। ਹਸਤੀ ਦੇਖ ਭਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ। ਤੇ ਉਸੇ ਪ੍ਰਕਾਰ ਭਾਈ ਸੱਦੂ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਮੈਂ ਕਿਸ ਲਾਇਕ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀਓ ਮਹਾਰਾਜ ਸਾਹਿਬ ਜੀ ਮੈਂ ਕਿਸ ਲਾਇਕ। ਜਿਮ ਦੁਰਯੋਧਨ ਆਦਿਕ ਤਿਆਗੇ। ਜਿਵੇਂ ਤੁਸਾਂ ਨੇ ਭਾਵ ਦੁਰਯੋਧਨ ਸਾਰੇ ਘਰ ਛੱਡਦਿਆਂ ਹੋਇਆ ਬਿਦਰ ਦੇ ਘਰ ਦੇ ਅੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜਾ ਕੇ ਵਾਸਾ ਕੀਤਾ। ਮਹਾਰਾਜ ਹਾਲਤ ਤਾਂ ਮੇਰੀ ਵੀ ਬਿਦਰ ਦੇ ਘਰ ਵਾਲੀ ਹੈ। ਵੇਖ ਕੇ ਆਪਣਾ ਘਰ। ਮਹਾਰਾਜ ਸੱਚੇ ਪਾਤਸ਼ਾਹ ਜੀਓ ਸੋ ਬਿਦ ਆਜ ਪਾਈ ਮਮ ਸਾਥ। ਮਹਾਰਾਜ ਮੇਰੇ ਨਾਲ ਤਾਂ ਇਸੇ ਪ੍ਰਕਾਰ ਹੋਈ ਹੈ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਜਦੋਂ ਮਹਾਰਾਜ ਜੀਆਂ ਦੇ ਪਾਵਨ ਬਚਨ ਪੜ੍ਹਨੇ ਹਾਨਾ ਸਾਧ ਸੰਗਤ ਜੀਓ ਉਹਨਾਂ ਮਹਾਨ ਗੁਰੂ ਕੇ ਸਿੱਖਾਂ ਦਾ ਅੱਖਾਂ ਸਾਵੇਂ ਮੂਰਤ ਤਸਵੀਰ ਆ ਜਾਂਦੀ ਹੈ। ਭਾਈ ਲਾਲੋ ਜੀ
ਮਹਾਰਾਜ ਜੀਆਂ ਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਭਾਈ ਮਨਸੁਖ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਜਹਾਜ਼ ਉਹਨਾਂ ਦਿਨਾਂ ਵਿੱਚ ਚੱਲਦੇ ਸਨ। ਮਹਾਰਾਜ ਜੀਆਂ ਦੇ ਹੋਰ ਵੀ ਭਾਵਨਾ ਵਾਲੇ ਬੜੇ ਧਨਾੜ ਸਿੱਖ ਹੋਣਗੇ ਤੇ ਭਾਈ ਲਾਲੋ ਜੀ ਉਹ ਜਿਨ੍ਹਾਂ ਦਾ ਨਾਮ ਮਹਾਰਾਜ ਜੀਆਂ ਨੇ ਬਾਣੀ ਵਿੱਚ 7 ਵਾਰ ਮਹਾਰਾਜ ਸੱਚੇ ਪਾਤਸ਼ਾਹ ਵਾਰ-ਵਾਰ ਲੈਂਦੇ ਹਨ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਜਿਵੇਂ ਸੰਬੋਧਨੀ ਕਾਰਕ ਹੋ ਕੇ ਕਹਿਣਾ, ਜਿਵੇਂ ਕਿਸੇ ਨੂੰ ਗੱਲ ਸੁਣਾਉਣੀ, ਵੇ ਲਾਲੋ। ਭਾਈ ਲਾਲੋ ਜੀ ਨੂੰ ਮਹਾਰਾਜ ਇਹ ਨਾਮ ਗੁਰੂ ਕੇ ਸਿੱਖ ਦਾ ਜਦੋਂ ਕੋਈ ਬਾਣੀ ਪੜ੍ਹੇ ਭਾਈ ਉਸ ਗੁਰੂ ਕੇ ਸਿੱਖ ਦਾ ਵੀ ਮਹਾਰਾਜ ਜੀਆਂ ਨੇ ਨਾਮ ਲਿਖਿਆ, ਜਿਨ੍ਹਾਂ ਨੇ ਮਹਾਰਾਜ ਜੀਆਂ ਨੂੰ ਪ੍ਰੇਮ ਸਹਿਤ ਆਪਣੇ ਘਰ ਦੇ ਅੰਦਰ ਬਿਠਾਲ ਕਰਕੇ ਮਹਾਰਾਜ ਜੀਆਂ ਦੇ ਹਜੂਰ ਲੰਗਰ ਪ੍ਰਸ਼ਾਦ ਦੀਆਂ ਸੇਵਾਵਾਂ ਕੀਤੀਆਂ। ਕੀ ਖਵਾਇਆ ਇਹ ਨਹੀਂ, ਕਿਸ ਪ੍ਰਕਾਰ ਖਵਾਇਆ ਮਾਇਨਾ ਇਹ ਰੱਖਦਾ ਹੈ। ਕੀ ਖਵਾਇਆ, ਜੋ ਵੀ ਹਜੂਰ ਘਰ ਦੇ ਅੰਦਰ ਸੀ ਸਾਹਿਬ ਜੀ ਦੇ ਲਈ ਪਰੋਸਿਆ, ਪਰ ਖਵਾਇਆ ਕਿਸ ਤਰ੍ਹਾਂ ਹੈ, ਪ੍ਰੇਮ ਕਿੰਨਾ ਕੁ ਕੀਤਾ ਮਹਾਰਾਜ ਜੀ ਤਾਂ ਉਹ ਵੇਖ ਰਹੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਘਰ ਕਹਿੰਦੇ ਸੋਭੇ ਦੇ ਆਜ ਭਈ ਮਮ ਸਾਥ, ਮਹਾਰਾਜ ਮੇਰੇ ਨਾਲ ਵੀ ਤਾਂ ਅੱਜ ਇਹੋ ਖੇਡ ਬਣੀ ਹੈ ਬਿਦਰ ਵਾਲੀ। ਸਭ ਕੋ ਤਜ ਮਮ ਕਰ ਬਸਨਾਥ, ਸਾਰਿਆਂ ਲਾਹੌਰ ਦੇ ਕਿਤਨੇ ਧਨਾੜ ਹੋਰ ਵੀ ਸਿੱਖ ਨੇ, ਸਾਰਿਆਂ ਨੂੰ ਛੱਡ ਕਰਕੇ ਮਹਾਰਾਜ ਅੱਜ ਪੜਾ ਤੁਸਾਂ ਨੇ ਮੇਰੇ ਗ੍ਰਹਿ ਕੀਤਾ ਹੈ। ਰੁਚਿਰ ਚਰਿਤਰ ਬਚਿਤਰ ਪਵਿੱਤਰ, ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਚਰਿੱਤਰ ਕੋ ਕਹਿ ਸਕੇ ਆਪ ਕੇ ਚਿਤਰ, ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਿੱਤਰ ਬਾਰੇ, ਆਪ ਜੀਆਂ ਦੇ ਬਾਬਤ, ਆਪ ਜੀਆਂ ਦੀਆਂ ਖੇਡਾਂ ਬਾਰੇ ਕੋਈ ਕੀ ਲਿਖ ਸਕਦਾ, ਕੋਈ ਕੀ ਬਿਆਨ ਕਰੇ ਆਪਣੀ ਰਸਨਾ ਤੋਂ ਮਹਾਰਾਜ ਜੀਓ। ਗੁਰ ਪ੍ਰਿਅੰਕ ਪਰ ਪਹੁੰਚੇ ਜਬੇ, ਮਹਾਰਾਜ ਜਿਸ ਵਕਤ ਪ੍ਰਿਅੰਕ ਦੇ ਰਸਨਾ ਉੱਪਰ ਪਲੰਗ ਉੱਪਰ ਪਹੁੰਚ ਗਏ, ਭੋਜਨ ਅਚਿ ਉਤਰਿਆ ਜੁਤ ਤਬੇ, ਔਰ ਫਿਰ ਸਾਰਿਆਂ ਨੂੰ ਆਸਨਾ ਉੱਪਰ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਵਿਸ਼ਰਾਮ ਵਿੱਚ ਜਾਣ ਉਪਰੰਤ ਫਿਰ ਇਸ ਜੋੜੀ ਨੇ ਪ੍ਰਸ਼ਾਦ ਪਾਣੀ ਆਪ ਭਾਈ ਸੱਧੂ ਜੀ ਨੇ ਬਾਅਦ ਵਿੱਚ ਛਕਿਆ। ਪੁਨ ਦੰਪਤ ਬਿਜਨਾ ਲੈ ਗਏ, ਔਰ ਫਿਰ ਸੇਵਾ ਦੇ ਅੰਦਰ ਪੱਖਾ ਲੈ ਕਰਕੇ ਖਲੋ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਮ। ਇਸ ਪ੍ਰਕਾਰ ਉਹ ਸੇਵਾ ਦੇ ਅੰਦਰ ਪੱਖਾ ਲੈ ਕਰਕੇ ਖਲੋਤੇ ਹਨ। ਪੌਨ ਪ੍ਰੀਤ ਸੋਹਾਂ ਕਤ ਪਏ, ਪ੍ਰੇਮ ਸਹਿਤ ਮਹਾਰਾਜਿयों के ਹਜੂਰ ਹਵਾ ਭਾਵ ਚੱਲਣ ਲੱਗੇ ਵੱਡਾ ਪੱਖਾ ਲੈ ਕਰਕੇ। ਸੁੰਦਰ ਮ੍ਰਿਦੁਲ ਚਰਨ ਕੋ ਗਹਿ ਕੈ, ਔਰ ਵਾਰ-ਵਾਰ ਮਹਾਰਾਜਿਆਂ ਦੇ ਪਾਵਨ ਚਰਨਾਂ ਨੂੰ, ਪਾਤਸ਼ਾਹ ਜੀਆਂ ਦੇ ਚਰਨਾਂ ਨੂੰ ਘੁੱਟਦੇ ਹਨ। ਚਾਂਪਤ ਚੌਂਪ ਚਾਰੂ ਕੋ ਚਹਿ ਕੈ, ਔਰ ਪ੍ਰੇਮ ਸਹਿਤ ਮਹਾਰਾਜਿयों के ਮੁਬਾਰਕ ਸੁੰਦਰ ਚਰਨ ਕਮਲਾਂ ਨੂੰ ਭਾਵ ਘੁੱਟਣ ਦੀ ਸੇਵਾ ਕੀਤੀ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ, ਔਰ ਜਿਵੇਂ ਜਿਵੇਂ ਹੁਣ ਨਗਰੀ ਦੇ ਅੰਦਰ ਪਤਾ ਲੱਗਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ, ਜਿਵੇਂ ਜਿਵੇਂ ਹੋਰ ਇੱਕ ਤੋਂ ਪਤਾ ਲੱਗਾ ਦੂਸਰੇ, ਇੱਕ ਮਹੱਲੇ ਦੂਸਰੇ, ਹੌਲੀ ਹੌਲੀ ਇਹ ਖਬਰ ਦੂਸਰਿਆਂ ਤੱਕ ਪਹੁੰਚੀ ਹੈ। ਦਰਸ਼ਨ ਕੋ ਆਏ ਸਭ ਕੋਈ, ਔਰ ਸਾਰੇ ਦਰਸ਼ਨਾਂ ਵਾਸਤੇ ਆਏ ਹਨ। ਧਰ ਧਰ ਪੇਟ ਬੰਦ ਨਾ ਠਾਨੇ, ਔਰ ਨਾਨਾ ਪ੍ਰਕਾਰ ਭੇਟਾਵਾਂ ਵਾਸਤੇ ਸਾਧ ਸੰਗਤ ਜੀਓ ਭੇਟਾਵਾਂ ਲੈ ਕਰਕੇ ਹਾਜ਼ਰ ਹੋਏ ਹਨ ਉਸ ਥਾਂ ਤੇ। ਮਨੋ ਕਾਮਨਾ ਬਿਨੇ ਬਖਾਨੇ, ਔਰ ਅੰਦਰ ਦੀਆਂ ਬੇਨਤੀਆਂ ਸਾਹਿਬ ਕੇ ਹਜੂਰ ਸੰਗਤਾਂ ਕਰਦੀਆਂ ਹਨ। ਇਸੀ ਪ੍ਰਕਾਰ ਨਿਸਾ ਵੱਡ ਗਈ, ਔਰ ਇਸ ਪ੍ਰਕਾਰ ਸਾਧ ਸੰਗਤ ਜੀਓ ਰਾਤਰੀ ਵਧੀ ਹੈ। ਸੁਖ ਸਹਿਜਾ ਪਰ ਨਿੰਦਰਾ ਲਈ, ਮਹਾਰਾਜ ਪ੍ਰੇਮ ਸਹਿਤ ਭਾਵ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਦੀਆਂ ਜਾਣਨ ਹਾਰੇ। ਭਾਈ ਸਾਹਿਬ ਜਿਵੇਂ ਹੁਣੇ ਸ਼ਬਦ ਪੜ ਰਹੇ ਸਨ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਮਹਾਰਾਜ ਆਪਣੇ ਸੇਵਕ ਜਨਾਂ ਨੂੰ ਭਾਈ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਔਖੀ ਘੜੀ ਨਾ ਦੇਖਣ ਦੇਈ, ਜਿਵੇਂ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਵੀ ਇਹਨਾਂ ਪਾਵਨ ਸਥਾਨਾਂ ਤੇ ਆਏ। ਸੂਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ। ਮਹਾਰਾਜ ਜੀ ਅਗਲੇਰੇ ਦਿਨਾਂ ਬਾਬਤ ਜਾਣਦੇ ਹਨ, ਪਰ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਰੰਗਾਂ ਦੇ ਅੰਦਰ ਰੱਤੇ ਹੋਏ ਭਾਵ ਬੇਪਰਵਾਹ ਹੋ ਕਰਕੇ ਸੰਸਾਰ ਦੇ ਨਾ ਤੋਂ
ਮਹਾਰਾਜ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਸੁਖ ਸਹਿਤ ਸੁੱਤੇ ਹਨ। ਨਿਕਟ ਸਿੱਖ ਸਭਈ ਪਰ ਸੋਏ। ਔਰ ਬਾਕੀ ਜਿਹੜੇ ਸਨ ਭਾਈ ਹੇਠਾਂ ਹੀ ਆਸਨ ਲਾ ਲਏ ਬਾਕੀ ਸਿੱਖਾਂ ਨੇ। ਵਿਧੀ ਚੰਦ ਆਦਿਕ ਜੋਏ। ਕਾਰਯੋਗ ਭਾਈ ਵਿਧੀ ਚੰਦ ਜੀ ਜੋ ਮਹਾਰਾਜੀਆਂ ਦੇ ਨਾਲ ਆਏ ਹਨ। ਜਾਮ ਜਾਮਨੀ ਜਾਗਰਨ ਕੀਨ। ਔਰ ਉਹ ਗੁਰੂ ਕੇ ਸਿੱਖ ਜਿਹੜੇ ਮਹਾਰਾਜ ਜੀ ਕੇ ਹਜੂਰ ਪਹਿਰੇ ਦੀ ਸੇਵਾ ਜਿਨ੍ਹਾਂ ਨੇ ਕੋਲ ਖਲੋ ਕੇ ਨਿਭਾਈ। ਮਹਾਰਾਜ ਜੀਓ ਕੇ ਹਜੂਰ ਭਾਈ ਵਿਧੀ ਚੰਦ ਉਹਨਾਂ ਦੀ ਅੱਖ ਨਹੀਂ ਲੱਗੀ, ਉੱਠ ਕਰਕੇ ਸਾਹਿਬ ਜੀ ਕੇ ਹਜੂਰ ਸੇਵਾ ਵਿੱਚ ਖਲੋ ਗਏ ਹਨ। ਸੋਚਾ ਚਾਰ ਸਗਲ ਕਰ ਲੀ। ਔਰ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕਰਕੇ ਤਨ ਇਸ਼ਨਾਨ ਜਲ ਨਿਰਮਲ ਸਾਥ। ਔਰ ਮਹਾਰਾਜ ਜੀ ਨੇ ਨਿਰਮਲ ਨੀਰ ਸਹਿਤ ਇਸ਼ਨਾਨ ਕਰਕੇ ਇਕ ਚਿਤ ਬੈਠ ਰਹੇ ਗੁਰਨਾਥ। ਔਰ ਜਗਤ ਦੇ ਨਾਥ ਸੁਆਮੀ ਉਸ ਪਰਿਪੂਰਨ ਪ੍ਰਮਾਤਮਾ ਅੰਦਰ ਜੋੜ ਕਰਕੇ ਪੁਨੇ ਪ੍ਰਕਾਸ਼ ਪਇਓ ਰਵ ਚੜਿਓ। ਔਰ ਕਹਿੰਦੇ ਇਧਰੋਂ ਸੂਰਜ ਦੀ ਟਿੱਕੀ ਚੜੀ ਹੈ। ਸਭ ਸੰਗਤ ਸੁਨ ਸੁਨ ਮੁੱਦ ਬੜਿਓ। ਔਰ ਸਾਰੀ ਸੰਗਤ ਨੇ ਹੁਣ ਜਿਵੇਂ ਜਿਵੇਂ ਹੋਰ ਪਾਸੇ ਵੀ ਰਾਤ ਦੇ ਮਹਾਰਾਜੀਆਂ ਨੇ ਪੜਾ ਕੀਤਾ ਆਸਣ ਕੀਤਾ, ਹੁਣ ਬਾਕੀ ਹੋਰ ਵੀ ਥਾਵਾਂ ਤੇ ਸੰਗਤਾਂ ਕੋਲ ਸੁਨੇਹੇ ਪਹੁੰਚ ਗਏ। ਆਏ ਆਏ ਦਰਸ਼ਨ ਕੋ ਕਰੈ। ਔਰ ਆਣ ਕੇ ਸਤਿਗੁਰੂ ਮਹਾਰਾਜ ਜੀ ਕੇ ਹਜੂਰ ਦਰਸ਼ਨਾਂ ਵਾਸਤੇ ਆਉਂਦੇ ਹਨ। ਬੰਦੇ ਚਰਨ ਉਪਾਇਨ ਤਰੈ। ਮਹਾਰਾਜ ਜੀਓ ਕੇ ਹਜੂਰ ਭੇਟਾਵਾਂ ਧਰ ਕੇ ਮਹਾਰਾਜ ਜੀਆਂ ਨੂੰ ਨਮਸਕਾਰ ਕਰਦੇ ਹਨ। ਤਬੇ ਅਰਥ ਮਲ ਚਲ ਕਰ ਆਇਓ। ਔਰ ਇਧਰੋਂ ਬਾਬਾ ਅਰਥਮਲ ਜੀ ਉਹ ਵੀ ਆ ਗਏ ਜਿਨ੍ਹਾਂ ਨੂੰ ਗੋਇੰਦਵਾਲ ਸਾਹਿਬ ਮਹਾਰਾਜ ਜੀਆਂ ਨੇ ਸੁਨੇਹਾ ਭਜਵਾਇਆ ਸੀ। ਮਹਾਰਾਜ ਜੀਓ ਕੇ ਕੋਲ ਸਤਿਕਾਰਯੋਗ ਬਾਬਾ ਮੋਹਰੀ ਜੀ ਦੇ ਪੁੱਤਰ ਉਹ ਵੀ ਆਏ ਹਨ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ। ਮਹਾਰਾਜ ਜੀਆਂ ਨੂੰ ਪ੍ਰੇਮ ਸਹਿਤ ਸੀਸ ਨਵਾਇਆ। ਜੇਠੋ ਪੁੱਤਰ ਮੋਹਰੀ ਕੇਰਾ। ਸਤਿਕਾਰਯੋਗ ਬਾਬਾ ਮੋਹਰੀ ਜੀ ਦੇ ਜੇਠੇ ਪੁੱਤਰ ਨੇ ਬਾਬਾ ਅਰਥਮਲ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮਾਮੇ ਦੇ ਪੁੱਤਰ ਭਰਾ ਹੋਏ। ਕੋਈ ਵੀ ਜਦੋਂ ਇਹ ਪਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਭਵਿੱਖਤ ਸਮੇਂ ਦੇ ਜਾਣਨ ਹਾਰੇ ਗੁਰਦੇਵ ਮਹਾਰਾਜ ਜੀਆਂ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਅਰਥਮਲ ਜੀਆਂ ਨੂੰ ਵੀ ਬੁਲਾ ਲਿਆ। ਬਾਬਾ ਅਰਥਮਲ ਜੀ ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਹਨ। ਭਰ ਕਰ ਅੰਕ ਮਿਲੇ ਤਿਸ ਬੇਰਾ। ਔਰ ਮਹਾਰਾਜ ਜੀ ਘੁੱਟ ਕੇ ਬਾਬਾ ਅਰਥਮਲ ਜੀ ਨੂੰ ਆਪਣੇ ਭਰਾਤਾ ਨੂੰ ਕਹਿ ਲਈਏ ਸਾਧ ਸੰਗਤ ਜੀ ਉੱਠ ਕੇ ਘੁੱਟ ਕੇ ਮਿਲੇ ਹਨ। ਸਾਦਰ ਨਿਕਟ ਬਿਠਾਵਨ ਕਰਿਓ। ਔਰ ਕੋਲ ਮਹਾਰਾਜੀਆਂ ਨੇ ਆਪਣੇ ਕੋਲ ਮਹਾਰਾਜੀਆਂ ਨੇ ਬਿਠਾਇਆ ਹੈ। ਪ੍ਰਿਤਕ ਸਬਨ ਤੇ ਹੋਏ ਹਿਤ ਧਰਿਓ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬਿਠਾਲ ਕਰਕੇ ਜਿਸ ਪ੍ਰਕਾਰ ਕੋ ਕਾਰਨ ਕਰਨਾ। ਔਰ ਜਿਸ ਪ੍ਰਕਾਰ ਆਉਣ ਵਾਲਾ ਜਿਹੜਾ ਸਮਾਂ ਹੈ ਮਹਾਰਾਜ ਜੀ ਬਾਬਾ ਅਰਥਮਲ ਜੀ ਦੇ ਨਾਲ ਸਾਰੀ ਇੱਕ ਪਾਸੇ ਬੈਠ ਕਰਕੇ ਇਕਾਂਤ ਵਿੱਚ ਮਹਾਰਾਜ ਸਾਰੀ ਗੱਲ ਸਮਝਾ ਰਹੇ ਹਨ ਬਾਬਾ ਅਰਥਮਲ ਜੀ ਨੂੰ ਵੀ ਕੈਸਾ ਸਮਾਂ ਆਉਣ ਵਾਲਾ ਕਿਹੜਾ ਸਮਾਂ ਹੈ। ਨਿਕਟ ਅਰਥ ਮਲ ਕੇ ਸੋ ਬਰਨਾ। ਇਹਨਾਂ ਦੇ ਸਾਥ ਸਾਰੀ ਬਾਤ ਕਹੀ ਹੈ। ਹਮਰੇ ਤਨ ਕੋ ਹੈ ਅਬ ਅੰਤ। ਮਹਾਰਾਜ ਜੀ ਨੇ ਕਹਿ ਦਿੱਤਾ ਹੁਣ ਜੋ ਇਹ ਸਰੀਰਕ ਚੋਲਾ ਮਿਲਿਆ ਹੈ ਨਾ ਹੁਣ ਉਹ ਸਮਾਂ ਨੇੜੇ ਹੈ ਇਸ ਸਰੀਰਕ ਚੋਲੇ ਨੂੰ ਤਿਆਗਣ ਦਾ। ਤਜਬੇ ਕੋ ਸਭ ਸੁਨੋ ਬਿਰਤਾਂਤ। ਔਰ ਕਹਿਣ ਲੱਗੇ ਬਾਬਾ ਅਰਥਮਲ ਜੀ ਨੂੰ ਭਰਾਤਾ ਹਾਣੀ ਨੇ ਕੋਲੋਂ ਕਹਿਣ ਲੱਗੇ ਉਸ ਵਕਤ ਸਾਧ ਸੰਗਤ ਜੀਓ ਕਹਿੰਦੇ ਜਿਹੜਾ ਸਾਰਾ ਬਰਤੰਤ ਹੈ ਉਹ ਤੁਸੀਂ ਸੁਣੋ। ਮਹਾ ਵਿਰੋਧੀ ਹਮਰੇ ਜੇ ਹੈ। ਜਿਹੜੇ ਸਾਡੇ ਵਿਰੋਧੀ ਹਨ ਸਿਰ ਅਪਰਾਧ ਤਿਨੋਂ ਕੇ ਦੈ ਹੈ। ਔਰ ਮਹਾਰਾਜ ਜੀ ਉਸ ਵਕਤ ਕਹਿਣ ਲੱਗੇ ਜਿਹੜੇ ਸਾਡੇ ਸਰੀਰ ਦਾ ਠੀਕਰਾ ਭੰਨਣਾ ਹੈ ਨਾ ਇਹ ਇਹਨਾਂ ਵਿਰੋਧੀਆਂ ਦੇ ਸਿਰ ਤੇ ਹੈ। ਅਪਰਾਧੀ ਜਬ ਹੋਏ ਵਿਸਾਲਾ। ਔਰ ਕਹਿੰਦੇ ਅਜੇ ਇਹਨਾਂ ਦੇ ਪਾਪਾਂ ਦਾ ਘੜਾ ਭਰਿਆ ਨਹੀਂ। ਮਹਾਰਾਜ ਜੀ ਨੇ ਪਹਿਲੇ ਹੀ ਵਚਨ ਕਹਿ ਦਿੱਤੇ। ਮਹਾਰਾਜ ਕਹਿੰਦੇ ਜਦੋਂ ਇਹਨਾਂ ਦੇ ਪਾਪਾਂ ਦਾ ਘੜਾ ਅਪਰਾਧੀਆਂ ਦੇ ਪਾਪਾਂ ਦਾ ਘੜਾ ਜਦੋਂ ਇਹਨਾਂ ਦੇ ਹੋਰ ਅਪਰਾਧ ਵਧਣਗੇ ਉਚਿਤ ਸਜਾਏ ਬਨੇ ਤਿਸ ਕਾਲਾ। ਔਰ ਬਾਬਾ ਅਰਥਮਲ ਜੀ ਇਹਨਾਂ ਨੂੰ ਉਚਿਤ ਸਜ਼ਾਵਾਂ ਵੀ ਫਿਰ ਮਿਲਣਗੀਆਂ। ਸ਼੍ਰੀ ਹਰਗੋਬਿੰਦ ਚੰਦ ਬਿਲੰਦੈ। ਸ਼੍ਰੀ ਹਰਗੋਬਿੰਦ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਤਿਨਾਂ ਵੱਲ ਕਰਕੇ ਜਦੋਂ ਉਹ ਚੰਦ ਬਲੰਦੇ ਸੁੰਦਰ ਚੰਦ ਸੁਮਾਨ ਸੰਕਟ ਦੇ ਦੁਸ਼ਟ ਹੱਥ ਬ੍ਰਿੰਦੈ। ਔਰ ਕਹਿੰਦੇ ਤਿਨਾਂ ਨੂੰ ਪੰਜਨੇ ਜਿਹੜੇ ਦੁਖੀ ਹਨ ਤਿਨਾਂ ਨੂੰ ਸੰਕਟ ਵਿੱਚ ਪੰਗੇ ਸੁਨ ਅਰਥ ਬੂਝਨ ਕਰੇ। ਮਹਾਰਾਜ ਨੇ ਉੱਥੇ ਸ਼ਬਦ ਕਹਿ ਦਿੱਤੇ
ਕਿ ਜਿਤਨੇ ਵੀ ਇਹ ਦੋਖੀ ਅਪਰਾਧੀ ਹੋਣਗੇ ਇਹਨਾਂ ਨੂੰ ਇਹਨਾਂ ਦੀਆਂ ਕੀਤੀਆਂ ਸਜ਼ਾਵਾਂ ਫਲ ਇਹ ਜ਼ਰੂਰ ਭੋਗਣਗੇ। ਜਿਹੜੇ ਇਹਨਾਂ ਨੇ ਪਾਪ ਆਉਣ ਵਾਲੇ ਕੰਮ ਕਰ ਫੜੇ ਹਨ, ਜਿਸ ਪ੍ਰਕਾਰ ਬਾਬਾ ਅਰਥਮਲ ਜੀ ਸੁਣ ਕਰਕੇ ਕਹੋ ਮੋਏ ਕਿਮ ਤਨ ਪਰ ਹਰੇ। ਹੱਥ ਜੋੜ ਕੇ ਬਾਬਾ ਅਰਥਮਲ ਜੀ ਨੇ ਜਦੋਂ ਸਾਰੀ ਗੱਲ ਸੁਣੀ, ਮਹਾਰਾਜ ਜੀਆਂ ਦੇ ਰਸਨਾ ਤੋਂ ਪ੍ਰੇਮ ਸੀ ਮਹਾਰਾਜ ਜੀਆਂ ਦੇ ਨਾਲ, ਭਾਵੇਂ ਸੰਸਾਰੀ ਨਾਤਾ ਵੀ ਸੀ ਪਰ ਜਾਨਣਾ ਗੁਰੂ ਕੇ ਸਿੱਖ ਵਾਲਾ ਪ੍ਰੇਮ ਹਿਰਦੇ ਅੰਦਰ। ਕੋਲੋਂ ਹੱਥ ਜੋੜ ਕੇ ਬਾਬਾ ਅਰਥਮਲ ਜੀ ਬੇਨਤੀ ਕਰਕੇ ਪੁੱਛਦੇ ਹਨ, ਸ਼੍ਰੀ ਅਰਜਨ ਸਵਗਾਥ ਬਖਾਨੀ। ਔਰ ਮਹਾਰਾਜ ਜੀਆਂ ਨੇ ਸਾਰੀ ਬਾਤ ਦੱਸੀ ਹੈ। ਚੰਦੂ ਦੂਤੀ ਕਰਤ ਮਹਾਨੀ। ਮਹਾਰਾਜ ਜੀਆਂ ਨੇ ਕਿਆ ਕਹਿਣ ਲੱਗੇ, ਇਹ ਚੰਦੂ ਇਹਨੇ ਬੜੀਆਂ ਲੁੱਤੀਆਂ ਲਾਈਆਂ ਹਨ, ਹਰ ਪ੍ਰਕਾਰ ਨਿੱਕੀ ਗੱਲ ਨੂੰ ਵੀ ਇਹਨੇ ਵਧਾ ਕੇ ਬਾਦਸ਼ਾਹ ਦੇ ਕੰਨ ਭਰੇ ਜਹਾਂਗੀਰ ਦੇ, ਔਰ ਉਵੇਂ ਦਾ ਉਹ ਬਾਦਸ਼ਾਹ ਜਿਹੜੀਆਂ ਇਹਦੀਆਂ ਗੱਲਾਂ ਸੁਣੀ ਗਿਆ ਹੈ। ਕਿਉਂਕਿ ਜਿਹੜਾ ਰਾਜ ਭਾਗ ਕਰਦੇ ਹਨ, ਭਾਵੇਂ ਰਾਜ ਭਾਗ ਰਾਜੇ ਕਰਦੇ ਹਨ, ਪਰ ਕੋਲੋਂ ਜਿਹੜੀਆਂ ਸਲਾਹਾਂ ਦੇਣ ਵਾਲੇ ਉਹ ਹੀ ਉਹਨਾਂ ਨੂੰ ਉਸੇ ਪ੍ਰਕਾਰ ਚੁੱਕਣਾ ਦੇ ਕਰਕੇ। ਕਹਿੰਦੇ ਚੰਦੂ ਨੇ ਭਾਵ ਹਰ ਪ੍ਰਕਾਰ ਲੁੱਤੀਆਂ ਲਾ ਕਰਕੇ ਪ੍ਰਥਮ ਕਹਿਤ ਇਹ ਚੋਰ ਲਗਾਵੇ। ਕਹਿੰਦੇ ਪਹਿਲਾਂ ਇਹਨਾਂ ਨੇ ਸਾਡੇ ਉੱਪਰ ਇਹ ਦੋਸ਼ ਲਗਾਇਆ ਕਿ ਇਹਨਾਂ ਪਾਸ ਆਣ ਕੇ ਚੋਰਾਂ ਨੂੰ ਠਹਿਰਾਵ ਕਰਾਉਂਦੇ ਹਨ ਆਪਣੇ ਕੋਲ। ਸ਼ਾਹ ਸਮਾਜ ਮਿਲੇ ਚੁਰਵਾਵੇ। ਔਰ ਕਹਿੰਦੇ ਸ਼ਾਹ ਦਾ ਸਾਜੋ ਸਮਾਨ ਲੁਟਵਾਉਂਦੇ ਹਨ। ਉਹਨੇ ਸਜਾਦਾ ਇੱਕ ਚੱਲ ਆਇਓ। ਔਰ ਬਾਅਦ ਅੰਦਰ ਖੁਸਰੋ ਇਸ ਥਾਂ ਤੇ ਸਜਾਦਾ ਬਾਦਸ਼ਾਹ ਦਾ ਪੁੱਤਰ ਚੱਲ ਕੇ ਆਇਆ। ਦੀਨ ਜਾਨ ਤੈ ਭੋਜਨ ਖਵਾਇਓ। ਔਰ ਕਹਿੰਦੇ ਹਾਰ ਕੇ ਨੱਠਾ ਆਉਂਦਾ ਸੀ, ਰਸਤੇ ਅੰਦਰ ਖਲੋ ਕੇ ਲੰਗਰ ਪ੍ਰਸ਼ਾਦ ਛਕਿਆ। ਔਰ ਕਹਿੰਦੇ ਉਹਦਾ ਵੀ ਕਸੂਰ ਸਾਡੇ ਉੱਪਰ ਤਿਨਾਂ ਨੇ ਜਾਣ ਬੁੱਝ ਕੇ ਪਾਇਆ ਹੈ। ਇਹ ਦੂਤੀ ਕੀ ਨਸਮਤ ਮੰਦ। ਇਸ ਮਾੜੀ ਮਤ ਵਾਲੇ ਨੇ, ਮਤਮੰਦ ਨੇ, ਚੁਗਲਖੋਰ ਨੇ ਜੋ ਚੁਗਲੀ ਕੀਤੀ ਹੈ, ਇਹਨੂੰ ਇਹਦੀ ਬਣਦੀ ਸਜ਼ਾ ਜ਼ਰੂਰ ਮਿਲੇਗੀ ਇਸ ਚੰਦੂ ਪਾਪੀ ਨੂੰ। ਸ਼ਾਹ ਸਿਖਾਏ ਰਿਸਾਏ ਬਿਲੰਦ। ਔਰ ਜਾ ਕੇ ਨੇ ਬਾਦਸ਼ਾਹ ਦੇ ਕੰਨ ਭਰੇ ਹਨ। 2 ਲੱਖ ਲਿਖ ਦੰਡ ਪਠਾਇਓ। ਔਰ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ, ਕੁਝ ਇੱਕ ਇਤਿਹਾਸਕਾਰਾਂ ਨੇ ਇਹ ਵੀ ਕੋਟ ਕੀਤਾ, ਕਹਿੰਦੇ ਕਿ ਮਹਾਰਾਜਿਆਂ ਨੂੰ ਇਹ ਵੀ ਕਿਹਾ ਸੀ ਤੁਸੀਂ ਕੁਝ ਇੱਕ ਪੈਸੇ, ਕੁਝ 2 ਲੱਖ ਲਿਖਿਆ ਹੈ, ਕਿਉਂਕਿ ਕੇਵਲ ਇੱਕ ਖਿਣ ਸਮੇਂ ਵਾਸਤੇ ਦਾਸ ਰੁਕਿਆ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਇਹਨਾਂ ਸਥਾਨਾਂ ਤੇ ਆਪ ਸੰਗਤ ਦੇ ਹਜ਼ੂਰ ਜਿਵੇਂ ਪਾਵਨ ਪਵਿੱਤਰ ਕਥਾਵਾਂ ਦੀਆਂ ਹਾਜ਼ਰੀਆਂ ਭਰਦੇ ਹਨ। ਅਮੀਰ ਖੁਸਰੋ ਇਸੇ ਥਾਂ ਤੇ ਮਹਾਰਾਜਿਆਂ ਕੋਲ ਨਹੀਂ ਸੀ ਰੁਕਿਆ, ਆਗਰੇ ਦੇ ਅੰਦਰ 2 ਭਰਾ ਸਨ, ਉਹਨਾਂ ਕੋਲ ਵੀ ਰੁਕਿਆ ਸੀ। ਜਦੋਂ ਬਾਦਸ਼ਾਹ ਨੂੰ ਆਪਣੇ ਪੁੱਤਰ, ਕਿਉਂਕਿ ਰਾਜ ਭਾਗ ਵਾਸਤੇ ਕਿਹੜਾ ਪਿਓ ਤੇ ਕਿਹੜਾ ਪੁੱਤਰ ਆਪਾਂ ਪੜ੍ਹਨੇ ਆ ਮੁਗਲ ਸਾਮਰਾਜ ਦੇ ਅੰਦਰ। ਅਮੀਰ ਖੁਸਰੋ ਗੋਇੰਦਵਾਲ ਸਾਹਿਬ ਪੱਤਨ ਲੰਘਣ ਤੋਂ ਪਹਿਲਾਂ ਪਿੱਛੇ ਵੀ ਆਗਰੇ ਵੀ ਰੁਕਿਆ। 2 ਭਰਾਵਾਂ ਨੇ ਇਹਦੀ ਸਹਾਇਤਾ ਕੀਤੀ, ਕੁਝ ਪੈਸੇ ਦਿੱਤੇ ਅਮੀਰ ਖੁਸਰੋ ਇਹਦੇ ਪੁੱਤਰ ਨੂੰ। ਜਦੋਂ ਇਹਨੂੰ ਉੱਥੇ ਪਤਾ ਲੱਗਾ ਕਿ ਉਹਨਾਂ ਨੇ ਸਹਾਇਤਾ ਕੀਤੀ, ਉਹਨਾਂ ਨੂੰ ਜਿਉਂਦਿਆਂ ਦੋਵਾਂ ਭਰਾਵਾਂ ਨੂੰ ਇਹਨੇ ਗਊ ਦੇ ਚਮੜੇ ਵਿੱਚ ਜਿਉਂਦਿਆਂ ਮੜ ਕੇ ਉਹਨਾਂ ਨੂੰ ਮਾਰਨ ਦੀ ਸਜ਼ਾ ਦਿੱਤੀ ਸੀ ਜਹਾਂਗੀਰ ਬਾਦਸ਼ਾਹ ਨੇ। ਤੇ ਇਹਦੇ ਵਿੱਚੋਂ ਸਾਧ ਸੰਗਤ ਜੀਓ, ਜਹਾਂਗੀਰ ਇੱਕ ਪਾਸੇ ਨਹੀਂ ਹੋ ਸਕਦਾ, ਚੰਦੂ ਦੋਖੀ ਹੈ, ਇਹਦੇ ਅੰਦਰ ਜਹਾਂਗੀਰ ਉਸ ਤੋਂ ਵੀ ਵੱਧ ਦੋਖੀ ਹੈ। ਹੋ ਤਾਂ ਸਾਰਾ ਉਹਦੇ ਹੁਕਮ ਨਾਲ ਹੀ ਰਿਹਾ ਨਾ ਚੰਦੂ, ਇਹਦੇ ਜਹਾਂਗੀਰ ਇਹਦੇ ਵਿੱਚੋਂ ਭਾਵੇਂ ਕਿ ਬਾਅਦ ਅੰਦਰ ਜਿਵੇਂ ਨੇ ਕਿਹਾ ਕਿ ਮੈਨੂੰ ਆਪਣੇ ਕੀਤੇ ਤੇ ਪਛਤਾਵਾ, ਤੁਸੀਂ ਆਪਣਾ ਜਿੰਨੇ ਮਹਾਰਾਜਿਆਂ ਦੇ ਉੱਪਰ ਸਰੀਰਕ ਕਸ਼ਟ ਦਿੱਤੇ ਤੁਸੀਂ ਆਪਣਾ ਦੁੱਖ ਹੀ ਲੈ ਜਾਓ, ਪਰ ਇਹਦੇ ਅੰਦਰ ਦੁੱਖ ਜਹਾਂਗੀਰ ਦਾ ਵੀ ਉਤਨਾ ਹੈ। ਇਹਨੇ ਉਹਨਾਂ ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਇਹਨੇ ਜਿਉਂਦਿਆਂ ਗਊ ਦੇ ਚਮੜੇ ਦੇ ਅੰਦਰ ਮੜ ਕਰਕੇ ਨੇ ਸਜ਼ਾਵਾਂ ਦਿੱਤੀਆਂ। ਤੇ ਵੀ ਲਿਖਿਆ, ਕਹਿੰਦੇ 2 ਲੱਖ ਦਾ ਸਾਡੇ ਉੱਪਰ ਇਹਨਾਂ ਨੇ ਕਿਹਾ ਤੁਸੀਂ ਜੁਰਮਾਨਾ ਭਰੋ, ਪਰ ਮਹਾਰਾਜ ਕਹਿੰਦੇ ਇਹ ਸੰਗਤ ਦਾ ਪੈਸਾ ਹੈ। ਕਹਿੰਦੇ ਅਸੀਂ ਆਪਣੇ ਤਨ ਦੀ ਸਲਾਮਤੀ ਵਾਸਤੇ ਸੰਗਤ ਦੇ ਪੈਸੇ ਨੂੰ ਇਸ ਪ੍ਰਕਾਰ ਨਹੀਂ ਲਗਾ ਸਕਦੇ। ਐਦੀ ਲੈ ਹਮ ਰੇਟ ਗਿਆਇਓ। ਸਾਡੇ ਕੋਲ ਲੈ ਕਰਕੇ ਪਰਵਾਨਾ ਲੈ ਕਰਕੇ ਆਏ ਸਨ ਬਾਦਸ਼ਾਹ ਦਾ। ਜਾਂ ਤੇ ਮਾਂ ਦੁਸ਼ਟ ਹੈ ਇਹੀ। ਚੰਦੂ ਵੱਡਾ ਦੁਸ਼ਟ ਪਾਪੀ ਹੈ। ਦੋਸ਼ ਤਜਨ ਤਨ ਸਿਰ ਇਸ ਦੇ। ਮਹਾਰਾਜ ਕਹਿੰਦੇ ਇਹਦੇ ਤਨ ਤੇ, ਇਹਦੇ ਤੇ ਸਾਡੇ ਤਨ ਨੂੰ ਤਿਆਗਣ ਦਾ ਦੋਸ਼ ਆਉਣਾ ਹੈ। ਪੁਨ
ਹਮ ਨਾਨੇ ਬਚ ਕਇਓ। ਔਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਮਾਤਾ ਨੇ ਜਬਈ ਬਰ ਲਹਿਓ। ਸਤਿਕਾਰਯੋਗ ਮਾਤਾ ਜੀਆਂ ਨੇ ਜਿਸ ਵਕਤ ਬਚਨ ਲਿਆ ਹੈ, ਗੁਰਤਾ ਰਹੇ ਹਮਾਰੇ ਘਰ ਮੈਂ। ਇਹ ਗੁਰਗੱਦੀ ਸਾਡੇ ਘਰ ਵਿੱਚ ਰਹੇ, ਅਬ ਨ ਜਾਵੇ ਬੰਸ ਅਪਰ ਮੈਂ। ਹੋਰ ਬੰਸ ਦੇ ਅੰਦਰ ਨਾ ਜਾਵੇ। ਸਲਤਾ ਜਲ ਚਲਤਾ ਤੁਮ ਰੋਕਿਓ। ਔਰ ਮਹਾਰਾਜ ਜੀਆਂ ਨੇ ਕਿਆ ਚਲਦੇ ਹੋਏ ਨੀਰ ਨੂੰ ਰੋਕਿਆ ਹੈ। ਹੋਏ ਹੈ ਸੰਕਟ ਏਵ ਬਿਲੋਕਿਓ। ਔਰ ਇਸੇ ਪ੍ਰਕਾਰ ਇਹ ਸੰਕਟ ਵੀ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਲਹਿਣੇ ਪਾਈ, ਨਾਨਕੋ ਦੇਣੀ ਅਮਰਦਾਸ ਕਰ ਆਈ। ਉਹ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਦੇ ਮਸਤਕ ਦੇ ਉੱਪਰ ਭਾਈ ਇਹ ਲੇਖ ਲਿਖਿਆ ਗੁਰਤਾ ਗੱਦੀ ਦਾ। ਸਾਧ ਸੰਗਤ ਜੀ, ਸੇਵਾਵਾਂ ਤਾਂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਹੋਰਨਾਂ ਨੇ ਵੀ ਬਹੁਤਾਤ ਵਿੱਚ ਕੀਤੀਆਂ, ਔਰ ਜਿਨ੍ਹਾਂ ਦੇ ਮਸਤਕ ਤੇ ਧੁਰ ਤੇ ਲੇਖ ਲਿਖੇ ਹੋਏ ਉਸ ਪਰਿਪੂਰਨ ਸੁਆਮੀ ਜੀ ਨੇ ਭਾਈ ਮਹਾਰਾਜ ਜੀਆਂ ਦੀ ਨਿਰੰਜਨੀ ਛਤਰ ਤਿਨਾਂ ਦੇ ਸੀਸ ਤੇ ਝੁੱਲੇ। ਸੋ ਅਬ ਪੂਰੇ ਕਰੇ ਹਮ ਸਾਚੇ। ਹੁਣ ਉਹ ਸਮਾਂ ਪਰਿਪੂਰਨ ਪ੍ਰਮਾਤਮਾ ਦਾ ਸਨੇਹਾ, ਉਹਦਾ ਹੁਕਮ ਹੁਣ ਨਜ਼ਦੀਕ ਹੈ। ਸਮੇਂ ਨਿਕਟ ਤੇ ਤਨ ਨੇ ਬਾਚੇ। ਕਹਿੰਦੇ ਹੁਣ ਜੋ ਸਮਾਂ ਹੈ ਸਰੀਰ ਨੂੰ ਤਿਆਗਣ ਦਾ, ਮਹਾਰਾਜ ਜੀ ਨੇ ਬਾਬਾ ਅਰਥਮਲ ਜੀ ਦੇ ਕੋਲੇ ਸਾਰੀ ਵਾਰਤਾ ਕੀਤੀ। ਸੋ ਸਭ ਕਾਰਨ ਆਏ ਮਿਲੇ। ਮਹਾਰਾਜ ਜੀ ਕਹਿਣ ਲੱਗੇ ਭਾਈ ਉਹ ਸਾਰੇ ਕਾਰਨ ਹੁਣ ਇਕੱਠੇ ਹੋ ਰਹੇ ਹਨ। ਅਬ ਤਨ ਤਿਆਗਨ ਲਖਿਓ ਭਲੇ। ਹੋਰ ਮਹਾਰਾਜ ਜੀ ਬਾਬਾ ਅਰਥਮਲ ਨੂੰ ਕੋਲੋਂ ਕਹਿਣ ਲੱਗੇ, ਕਹਿੰਦੇ ਜੀ ਹੁਣ ਇਸ ਤਨ ਨੂੰ ਤਿਆਗਣ ਦਾ ਸਮਾਂ ਆ ਚੁੱਕਾ ਹੈ। ਭਾਈ ਇਸ ਮੌਤ ਤੋਂ ਤਾਂ ਡਰਦੇ ਉਹ ਹਨ ਜਿਨ੍ਹਾਂ ਨੇ ਜੀਵਨ ਜੀਵਿਆ ਨਾ ਹੋਵੇ। ਇਹ ਪਾਵਨ ਪਵਿੱਤਰ ਬਚਨ ਸੋਰਠਾ ਗੁਰ ਅਰਜੁਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ। ਮਹਾਰਾਜ ਅਡੋਲ ਹਨ, ਮਹਾਰਾਜ ਡਰਦੇ ਨਹੀਂ ਹਨ ਕਿਸੇ ਪ੍ਰਕਾਰ। ਜੇ ਮਹਾਰਾਜ ਜੀਆਂ ਦੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਅਤ ਸਤਕਾਰਯੋਗ ਪੋਤਰੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪੋਤਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਗਾ ਰਹੇ ਹਨ। ਔਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਤਕਾਰਯੋਗ ਪੋਤਰੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਨੀਹਾਂ ਦੇ ਅੰਦਰ ਖਲੋ ਕੇ ਵੀ ਇਹ ਗਾ ਰਹੇ ਹਨ, ਤੁਸੀਂ ਕੌਣ ਹੁੰਦੇ ਹੋ ਸਾਨੂੰ ਝੁਕਾਉਣ ਵਾਲੇ ਤੇ ਡਰਾਉਣ ਵਾਲੇ। ਕੈਸੀ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਭਾਈ ਇਸ ਵੰਸ਼ ਦੇ ਅੰਦਰ ਜਦੋਂ ਆਪਾਂ ਦੀਦਾਰ ਕਰਨੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ, ਮਹਾਰਾਜ ਜੀਆਂ ਦੇ ਸਤਕਾਰਯੋਗ ਪੋਤਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਤਕਾਰਯੋਗ ਪੋਤਰੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਉਹ ਸ਼ਹੀਦ। ਮਹਾਰਾਜ ਜੀ ਕੀ ਹਜ਼ੂਰੀ ਪਹਿਲਾਂ ਇਹਨਾਂ ਥਾਵਾਂ ਤੇ ਸੇਵਾਵਾਂ ਨਿਭਾਈਆਂ। ਕਈ ਵਾਰੀ ਜਦੋਂ ਅੱਖਾਂ ਸਾਹਮਣੇ ਪਾਤਸ਼ਾਹ ਜੀ ਕੇ ਅਸਥਾਨਾਂ ਤੇ ਨਮਸਕਾਰ ਕਰੀਦੀ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ, ਇੱਥੇ ਦਾਦਾ ਜੀ ਸ਼ਹੀਦ, ਉੱਥੇ ਪੋਤਰੇ ਸ਼ਹੀਦ। ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ 1675 ਵਿੱਚ ਮਹਾਰਾਜ ਜੀ ਦੀ ਸ਼ਹਾਦਤ ਔਰ ਕੇਵਲ 29 ਸਾਲਾਂ ਬਾਅਦ ਪੋਤਰਿਆਂ ਦੀ ਸ਼ਹਾਦਤ। 1675 ਤੋਂ 1704, 25/4 29 ਸਾਲ, 29 ਸਾਲ ਪਹਿਲਾਂ ਦਾਦਾ ਜੀ ਸ਼ਹੀਦ ਔਰ 29 ਵਰਿਆਂ ਬਾਅਦ ਪੋਤੇ ਸ਼ਹੀਦ। ਔਰ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹਾਦਤ ਇਹ ਸਾਧ ਸੰਗਤ ਜੀਓ ਸਨ 1606 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ, 1675 ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਔਰ 1704 ਨੂੰ 99 ਸਾਲਾਂ ਵਿੱਚ 99 ਸਾਲ ਹੀ ਬਣੇ, 99 ਸਾਲਾਂ ਵਿੱਚ 3 ਪੀੜ੍ਹੀਆਂ ਸ਼ਹੀਦ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। 1606 ਵਿੱਚ ਇਹ ਜੋ ਹੁਣ ਅਧਿਆਏ ਚੱਲ ਰਹੇ ਹਨ ਇਤਿਹਾਸ ਦੇ, ਕਥਾ ਵਾਰਤਾ ਦੇ, ਇਹ ਸਨ 1606 ਦੀਆਂ ਘਟਨਾਵਾਂ ਹਨ। ਪਾਤਸ਼ਾਹ ਜੀ ਦੀ ਸ਼ਹਾਦਤ
और महाराज सच्चे पातशाह जी के लभते जिगर साहिबजादा बाबा जोरावर सिंह साहिब, बाबा फतेह सिंह साहिब 1704 98 ਕੁ ਸਾਲ ਦਾ ਸਮਾਂ ਪੀਰੀਅਡ ਬਣਦਾ ਹੈ। 3 ਪੀੜ੍ਹੀਆਂ ਸ਼ਹੀਦ ਇਹਨਾਂ 99 ਸਾਲਾਂ ਵਿੱਚ ਮਹਾਰਾਜ ਜੀ ਦੀ ਤਾਂ ਹੀ ਜਦੋਂ ਆਪਾਂ ਪੜ੍ਹਦੇ ਹਾਂ ਸ਼ਹੀਦਾਂ ਦੇ ਸਰਤਾਜ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਬਿਠਾ ਕੇ ਆਪਣੇ ਮਾਮੇ ਦੇ ਪੁੱਤਰ ਭਰਾ ਨੂੰ ਕੋਲ ਬਿਠਾ ਕੇ ਕਹਿਣ ਲੱਗੇ ਹੁਣ ਸਾਡਾ ਸਮਾਂ ਨਜ਼ਦੀਕ ਹੈ। ਹੁਣ ਅਰਥ ਮਲ ਸ਼ੋਕ ਵਿਸਾਲਾ ਬਾਬਾ ਅਰਥਮਲ ਜੀ ਨੇ ਇੰਨੀ ਗੱਲ ਸੁਣੀ ਉਹਨਾਂ ਦਾ ਅੰਦਰ ਭਰ ਗਿਆ। ਰੁਚਿਰ ਬਿਲੋਚਨ ਤੇ ਜਲ ਡਾਲਾ ਦੇ ਅੰਦਰ ਨੀਰ ਭਰ ਆਇਆ ਬਾਬਾ ਅਰਥਮਲ ਜੀ ਦੇ। हे ਪ੍ਰਭੂ ਤੁਮ ਅਲੇਪ ਸਭ ਸਮੇਂ ਸਾਹਿਬ ਜੀ ਤੁਸੀਂ ਪ੍ਰਭੂ ਤੁਸੀਂ ਅਲੇਪ ਹੋ, ਤੁਸੀਂ ਮੋਹ ਦੀਆਂ ਤੰਦਾਂ ਵਿੱਚ ਨਹੀਂ ਹੋ, ਸੰਸਾਰ ਦੀਆਂ ਮੋਹ ਦੀਆਂ ਤੰਦਾਂ ਨਹੀਂ ਤੁਹਾਨੂੰ। ਜਦੋਂ ਤੁਹਾਡਾ ਚਿੱਤ ਕਰੇ ਤੁਸੀਂ ਜਿਵੇਂ ਗੜ ਫੁੱਲਾਂ ਦੀ ਮਾਲਾ ਡਾਰੇ ਸਤਿਗੁਰੂ ਤੁਸੀਂ ਆਪਣਾ ਸਰੀਰਕ ਚੋਲਾ ਤਿਆਗ ਸਕਦੇ ਹੋ, ਤੁਸੀਂ ਅਲੇਪ ਹੋ। ਦਰਸ ਲਾਭ ਸੁਖ ਜੋ ਵੱਡ ਹਮੇ। ਮਹਾਰਾਜ ਅਸੀਂ ਆਪ ਜੀਆਂ ਦੇ ਦੀਦਾਰ ਕਰਕੇ ਵੱਡਾ ਸੁਖ ਪ੍ਰਾਪਤ ਕਰਦੇ ਸਾਂ, ਅਸੀਂ ਆਪ ਜੀ ਦੇ ਆਸਰੇ ਸਾਂ। ਸਿੱਖ ਸੰਗਤ ਸਭ ਰਹੇ ਬਿਸੂਰਤ। ਮਹਾਰਾਜ ਲੱਖਾਂ ਸੰਗਤਾਂ ਆਪ ਜੀਆਂ ਦੇ ਆਸਰੇ ਉਹ ਵੀ ਭਾਵ ਹੁਣ ਉਦਾਸ ਹੋ ਜਾਵਣਗੀਆਂ। ਕਰਤ ਪ੍ਰੇਮ ਹੇਰਤ ਤੁਮ ਮੂਰਤ। ਮਹਾਰਾਜ ਪ੍ਰੇਮ ਸਹਿਤ ਆਪ ਜੀਆਂ ਦੇ ਮੂਰਤ ਆਪ ਜੀਓ ਕੇ ਦੀਦਾਰ ਪਾ ਕਰਕੇ ਕਰੋ ਅਨੇਕਨ ਕੋ ਕਲਿਆਣ। ਸਾਹਿਬ ਜੀ ਆਪ ਅਨੇਕਾਂ ਦਾ ਕਲਿਆਣ ਕਰਦੇ ਹੋ। ਪਰ ਉਪਕਾਰੀ ਸਦਾ ਮਹਾਨ। ਮੇਰੇ ਸਾਹਿਬ ਜੀ ਆਪ ਪਰ ਉਪਕਾਰੀ ਸਦਾ ਮਹਾਨ। ਸਾਹਿਬ ਜੀ ਤੁਸੀਂ ਪਰ ਉਪਕਾਰੀ ਵੱਡੇ ਮਹਾਨ ਸਤਿਗੁਰੂ ਜੀ। ਤੁਰਕ ਯੁਕਤ ਚੰਦੋ ਦੁਖ ਪਾਵੇਂ। ਔਰ ਕਹਿੰਦੇ ਆਉਣ ਵਾਲੇ ਸਮੇਂ ਦੇ ਅੰਦਰ ਜਿਵੇਂ ਆਪ ਜੀਆਂ ਨੇ ਕਿਹਾ ਇਹ ਚੰਦੂ ਵੱਡਾ ਦੁੱਖ ਪਾਵੇਗਾ। ਹਰਕ ਤਰਤ ਉਰ ਬਿਕ ਕੋ ਖਾਵੇਂ। ਕਹਿੰਦੇ ਬੜੇ ਚਾਅ ਨਾਲ ਜ਼ਹਿਰ ਦੀਆਂ ਗੰਦਲਾਂ ਖਾ ਰਹੇ ਨੇ, ਬੜੇ ਚਾਅ ਦੇ ਨਾਲ ਜਿਹੜੇ ਕੰਮ ਕਰ ਰਹੇ ਹਨ, ਕਦੇ ਕਿਸੇ ਦੀ ਚੁਗਲੀ ਕਦੇ ਕਿਸੇ ਦੀ ਚੁਗਲੀ, ਕਹਿੰਦੇ ਬੜੇ ਖੁਸ਼ੀ ਨਾਲ ਜ਼ਹਿਰ ਦੀਆਂ ਗੰਦਲਾਂ ਖਾ ਰਿਹਾ ਹੈ। ਜਬ ਕਟ ਅੰਤਰ ਪਹੁੰਚੇ ਜਾਈ। ਤੇ ਜਦੋਂ ਇਹ ਜ਼ਹਿਰ ਇਹਦੇ ਅੰਦਰ ਧੁਰ ਅੰਦਰ ਪਹੁੰਚ ਗਿਆ ਨਾ, ਅਜੇ ਜ਼ਹਿਰ ਨੇ ਇਹ ਕੰਮ ਸ਼ੁਰੂ ਨਹੀਂ ਕੀਤਾ। ਸੋਖੇ ਅੰਗ ਪ੍ਰਾਨ ਬਿਨਸਾਈ। ਔਰ ਕਹਿੰਦੇ ਇਹਦੇ ਅੰਗਾਂ ਨੂੰ ਇਹਦੇ ਅੰਦਰ ਨੂੰ ਫਿਰ ਜ਼ਹਿਰ ਖਾਣ ਲੱਗੇਗਾ। ਜਦੋਂ ਅਸਰ ਕਰਨਾ, ਅਜੇ ਜ਼ਹਿਰ ਨੇ ਅਸਰ ਨਹੀਂ ਕੀਤਾ ਚੰਦੂ ਦੇ, ਖਾ ਤਾਂ ਰਿਹਾ ਹੈ ਪਰ ਅਜੇ ਅਸਰ ਇਹਨੇ ਜ਼ਹਿਰ ਨੇ ਕਰਨਾ ਹੈ। ਤੈਸੇ ਅਬ ਇਹ ਨਾਏ ਨ ਜਾਣੇ। ਅਜੇ ਇਹ ਪਾਪੀ ਦੁਸ਼ਟ ਅਜੇ ਇਹ ਇਸ ਗੱਲ ਨੂੰ ਨਹੀਂ ਜਾਣਦਾ ਜਿਹੜਾ ਇਹਨੇ ਕੰਮਕਾਰ ਕੀਤਾ ਹੈ ਜਾਂ ਕਰ ਰਿਹਾ ਹੈ। ਸੰਗ ਨਿਰਵੈਰ ਵੈਰ ਜੋ ਠਾਨੇ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਮਹਾਰਾਜੀਆਂ ਦੇ ਧੰਨ ਗੁਰੂ ਰਾਮਦਾਸ ਮਹਾਰਾਜੀਆਂ ਦੇ ਬਚਨ ਹਨ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਰਚਾਏ ਤੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਪਰ ਗੁਰ ਬਾਬੇ ਫਿਟਕੇ ਸੇ ਫਿਟੇ। ਜਿਹੜੇ ਮਹਾਰਾਜੀਆਂ ਦੇ ਘਰੋਂ ਮਹਾਰਾਜੀਆਂ ਨੇ ਫਟਕਾਰ ਦਿੱਤੇ ਭਾਈ, ਉਹਨਾਂ ਨੂੰ ਕੌਣ ਥਾਂ ਦੇ ਸਕਦਾ। ਗੁਰ ਬਾਬੇ ਫਿਟਕੇ ਸੇ ਫਿਟੇ। ਮਹਾਰਾਜੀਆਂ ਨੇ ਸ਼ਬਦ ਕਹੇ ਹਨ, ਆਪਦ ਪਰੇ ਇਨੋ ਪਰ ਜਬੇ। ਜਦੋਂ ਇਹਦੇ ਉੱਪਰ ਆਪਦਾ ਭਾਵ ਵਿਪਤਾ ਪਵੇਗੀ, ਇਸ ਫਲ ਕੋ ਪਾਵੇਂਗੇ ਤਬੇ। ਫਿਰ ਇਹਦੇ ਕੀਤੇ ਦੇ ਇਹਨੂੰ ਫਲ ਪ੍ਰਾਪਤ ਹੋਵਣਗੇ, ਇਹਨੂੰ ਮਿਲਣਗੇ। ਜੋ ਕਰਤੇ ਨੇ ਕਾਰਨ ਕਰਨੇ। ਜਿਹੜੇ ਮੇਰੇ ਸਾਹਿਬ ਕਰਤੇ ਹੋ ਪਰਮੇਸ਼ਰ ਦੀ, ਤਾਂ ਵਹੀ ਖਾਤਿਆਂ ਵਿੱਚ ਇਹਦੇ ਕੰਮ ਕਰ ਨੋਟ ਹੋ ਰਹੇ ਨੇ ਨਾ, ਜੋ ਉਸ ਪਰਮੇਸ਼ਰ ਨੇ ਫਿਰ ਇਹਦੇ ਨਾਲ ਕਰਨਾ ਹੈ। ਸੋ ਸਭ ਤੇ ਕਾਰਜ ਐਸਰ ਨੇ। ਔਰ ਕਹਿੰਦੇ ਫਿਰ ਇਹਦੇ ਸਾਰੇ ਜਿਹੜੇ ਕਾਰਜ ਹਨ ਭਾਵ ਉਹ ਹੋ ਜਾਣੇ ਹਨ। ਅਬ ਚਲ ਨੀਵ ਰੱਖੀ ਗੁਰੂ ਨਾਨਕ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਨੇ ਜਿਸ ਪੰਥ ਦੀ ਮਾਰਿਆ ਸਿੱਕਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਬ ਚਲ ਨੀਵ ਧਰੀ ਗੁਰੂ ਨਾਨਕ।
ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਨਿਰਮਲ ਪੰਥ ਦੀਆਂ ਜੜ੍ਹਾਂ ਲਾ ਕੇ ਗਏ ਹਨ। ਪਾਚੇ ਨਿੰਦਕ ਦੁਸ਼ਟ ਅਚਾਨਕ, ਕਹਿੰਦੇ ਜਿਹੜੇ ਇਹ ਨਿੰਦਕ ਦੁਸ਼ਟ ਹਨ ਭਾਈ ਆਪੇ ਖਤਮ ਹੋ ਜਾਵਣਗੇ। ਬੌਰ ਅਰਥ ਮਲ ਜੋਰੇ ਹਾਥ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਪਰੋਕਤ ਬਚਨ ਸੁਣ ਕਰਕੇ ਬਾਬਾ ਅਰਥਮਲ ਜੀ ਨੇ ਹੱਥ ਜੋੜੇ। ਸੁਨੋ ਬਿਨੈ ਸ਼੍ਰੀ ਅਰਜਨ ਨਾਥ, ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਮੇਰੀ ਬੇਨਤੀ ਸਰਵਣ ਕਰੋ। ਮਮ ਕਾਇਆ ਹੈ ਆਪ ਅਗਾਰੀ, ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਨਾਲ ਪ੍ਰੇਮ ਹੈ ਸਾਹਿਬ ਜੀ, ਔਰ ਮੇਰੇ ਲਈ ਕੀ ਹੁਕਮ ਹੈ, ਕਿਸ ਪ੍ਰਕਾਰ ਇਹ ਸਰੀਰ ਦਾ ਭਾਵ ਜਿਹੜਾ ਠੀਕਰਾ ਹੈ ਕਿੱਥੇ ਫੋੜਨਾ ਹੈ। ਤਜ ਕਰ ਦਿਓ ਜਰ ਤੁਰਕ ਉਖਾਰੀ, ਔਰ ਜੇ ਹੁਕਮ ਕਰੋ ਇਹਨਾਂ ਤੁਰਕਾਂ ਸਿਰ ਚੜ ਕਰਕੇ ਮੈਂ ਆਪ ਜੀਆਂ ਤੋਂ ਪਹਿਲਾਂ ਆਪਣੇ ਪ੍ਰਾਣ ਨਿਸ਼ਾਵਰ ਕਰ ਦਿਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਅੱਖਾਂ ਸਾਵੇਂ ਆਪ ਜੀਆਂ ਦੇ ਤਨ ਤੇ ਕੋਈ ਵਿਪਤਾ ਆਵੇ ਮਹਾਰਾਜ ਵੇਖੀ ਨਹੀਂ ਜਾਣੀ। ਸਤਿਗੁਰੂ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਬਾਬਾ ਅਰਥਮਲ ਜੀ ਬੇਨਤੀ ਕਰਦੇ ਹਨ। ਤੁਮ ਬਿਨ ਜਗ ਮੈਂ ਰਹਿਣ ਨ ਪਾਵੇ, ਮਹਾਰਾਜ ਜਿਸ ਪਿਆਰੇ ਸਿਓ ਨੇਹ ਤਿਸ ਆਗਾ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਮਹਾਰਾਜ ਆਪ ਜੀ ਤੋਂ ਬਿਨਾ ਅਬ ਪਰਲੋਕ ਚਲਨ ਬਨ ਆਵੇ, ਮਹਾਰਾਜ ਹੁਣ ਸਮਾਂ ਹੈ ਚਿਤ ਅੰਦਰ ਹੈ ਕਿ ਪ੍ਰਲੋਕ ਨੂੰ ਭਾਵ ਜਾਇਆ ਜਾਏ। ਦਿਓ ਆਗਿਆ ਮੈਂ ਕਰੋ ਚਲਾਨਾ, ਮਹਾਰਾਜ ਤੁਸੀਂ ਆਗਿਆ ਦਿਓ ਮੈਂ ਆਪ ਜੀਆਂ ਤੋਂ ਪ੍ਰਥਮ ਚਲਾਨਾ ਕਰਾਂ। ਆਪ ਰੱਖੋ ਤਨ ਕਾਲ ਮਹਾਨਾ, ਮਹਾਰਾਜ ਆਪ ਆਪਣੇ ਭਾਵ ਤਨ ਦੇ ਤਿਆਗਣ ਤੋਂ ਪ੍ਰਥਮ ਮੈਂ ਸੰਸਾਰ ਤੋਂ ਕੂਚ ਕਰਾਂ। ਸ਼੍ਰੀ ਅਰਜਨ ਸੁਨ ਕਰ ਬਚ ਪ੍ਰੇਮ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਬਾ ਅਰਥਮਲ ਜੀ ਦੀ ਰਸਨਾ ਤੋਂ ਜਦੋਂ ਇਹ ਸ਼ਬਦ ਸੁਣੇ ਹਨ, ਕਯੋ ਰਹੋ ਤੁਮ ਤਨ ਯੁਤ ਛੇਮ। ਮਹਾਰਾਜ ਜੀ ਕਹਿਣ ਲੱਗੇ ਨਹੀਂ ਬਾਬਾ ਅਰਥਮਲ ਜੀ ਇਸ ਪ੍ਰਕਾਰ ਨਹੀਂ, ਜੋ ਉਸ ਪਰਮੇਸ਼ਰ ਨੇ ਕਾਇਆ ਦਿੱਤੀ ਹੈ ਇਸ ਪ੍ਰਕਾਰ ਨਹੀਂ, ਆਤਮ ਘਾਤੀ ਹੈ ਜਗਤ ਕਸਾਈ। ਆਤਮ ਹੱਤਿਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਾਣੀ ਅੰਦਰ ਸਖਤ ਸ਼ਬਦਾਂ ਵਿੱਚ ਨਿੰਦਿਆ ਹੈ। ਆਤਮ ਘਾਤੀ ਹੈ ਜਗਤ ਕਸਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਵਕਤ ਬਾਬਾ ਅਰਥਮਲ ਜੀ ਨੂੰ ਇਸ ਕਾਰਜ ਤੋਂ ਰੋਕਣਾ ਕੀਤਾ। ਰਹੀ ਆਰ ਬਲ ਬਾਸੁਰ ਚਾਲੀ, ਮਹਾਰਾਜ ਜੀ ਕਹਿਣ ਲੱਗੇ ਅਜੇ ਤੁਹਾਡੀ ਆਰਬਲਾ ਵਿੱਚ ਦਿਨ ਹਨ। ਮਾਲਕ ਦੇ ਘਰੋਂ ਜਿਤਨੇ ਤੁਸੀਂ ਦਿਨ ਲਿਖਾ ਕੇ ਆਏ ਹੋ ਅਜੇ ਤੁਹਾਡੇ ਦਿਨ ਬਾਕੀ ਹਨ। ਤਬ ਤੁਮ ਕਾਇਆ ਤਜੋ ਸੁਖਾਲੀ, ਔਰ ਫਿਰ ਤੁਸੀਂ ਆਪਣੀ ਕਾਇਆ ਨੂੰ ਤਿਆਗਣਾ ਕਰੋ। ਮਿਲੋ ਆਨ ਪਰ ਲੋਕ ਸਮੋਈ, ਔਰ ਮਹਾਰਾਜ ਕਹਿਣ ਲੱਗੇ ਤੁਸੀਂ ਮਹੀਨਾ ਸਵਾ ਮਹੀਨਾ ਪਛਾਤ 40 ਦਿਨ ਪਛਾਤ ਫਿਰ ਤੁਸੀਂ ਆਣ ਕਰਕੇ ਸਾਨੂੰ ਮਿਲਣਾ। ਨੈ ਵਿਯੋਗ ਬੋ ਦਿਨ ਕੋ ਹੋਈ, ਮਹਾਰਾਜ ਜੀ ਕਹਿਣ ਲੱਗੇ ਬਾਬਾ ਅਰਥਮਲ ਜੀ ਨੂੰ ਪ੍ਰੇਮ ਦੇ ਅੰਦਰ ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜੀਓ ਕੇ ਚਰਨ ਕਮਲਾਂ ਤੋਂ ਬਿਨਾ ਸਨੇਹ ਸੀ ਪਾਤਸ਼ਾਹ ਜੀ ਦੇ ਨਾਲ। ਮਹਾਰਾਜ ਜੀ ਕਹਿਣ ਲੱਗੇ ਤੁਹਾਡਾ ਵਿਛੋੜਾ ਨਹੀਂ ਹੋਵੇਗਾ। ਇਮਦੈ ਧੀਰਜ ਰਾਖੇ ਉਪਾਸੀ, ਮਹਾਰਾਜ ਜੀ ਨੇ ਆਪਣੇ ਕੋਲ ਰੱਖ ਕਰਕੇ ਤਰਵਾਸ ਦਿੱਤੀ ਹੈ। ਅਨਕ ਰੀਤ ਕੀ ਕਥਾ ਪ੍ਰਕਾਸ਼ੀ, ਔਰ ਨਾਨਾ ਪ੍ਰਕਾਰ ਕਥਾ ਜਾਂ ਵਾਰਤਾ ਬਾਬਾ ਜੀ ਦੇ ਨਾਲ ਹੋਈ। ਲੰਗਰ ਲਗਿਓ ਹੋਨ ਗੁਰ ਕੇਰਾ, ਔਰ ਮਹਾਰਾਜ ਜੀ ਕੇ ਹਜੂਰ ਲੰਗਰ ਪ੍ਰਸ਼ਾਦ ਉਸ ਥਾਂ ਚੱਲਿਆ ਹੈ। ਅਰਪੈ ਸੰਗਤ ਆਨ ਕਨੇਰਾ, ਔਰ ਸੰਗਤਾਂ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਰਸਦਾਂ ਲੰਗਰ ਪ੍ਰਸ਼ਾਦ ਲੈ ਕਰਕੇ ਹਾਜ਼ਰ ਹੁੰਦੇ ਹਨ। ਆਵੇਂ ਸਿੱਖ ਟੋਲ ਕਰ ਕਨੇ, ਔਰ ਟੋਲਿਆਂ ਦੇ ਅੰਦਰ ਜਥਿਆਂ ਦੇ ਅੰਦਰ ਸੰਗਤਾਂ ਆ ਰਹੀਆਂ ਹਨ। ਪੂਜ ਪੂਜ ਗਮਨੇ ਸੁਖ ਸਨੇ, ਔਰ ਮਹਾਰਾਜ ਜੀਆਂ ਨੂੰ ਪੂਜ ਪੂਜ ਪ੍ਰੇਮ ਸਹਿਤ ਚਰਨ ਕਮਲਾਂ ਨੂੰ ਪਰਸ ਕਰਕੇ ਸ਼੍ਰੀ ਅਰਜਨ ਕੋ ਪੁਰ ਆਗਵਨੋ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਲਾਹੌਰ ਨਗਰੀ ਵਿੱਚ ਆਉਣਾ। ਪਸਰੀ ਸੁਧ ਲਗੂ ਦੀਰਗ ਭਵਨੋ, ਕੀ ਵੱਡਿਆਂ ਕੀ ਹਰ ਇੱਕ ਦੇ ਕੋਲ ਹੀ ਲਗਭਗ ਸਾਰੇ ਲਾਹੌਰ ਅੰਦਰ ਹੀ ਇਹ ਜਿੱਥੇ ਜਿੱਥੇ ਗੁਰੂ ਕੇ ਸਿੱਖਾਂ ਦੇ ਘਰ ਗ੍ਰਹਿ ਸਨ ਭਾਈ ਸਾਰਿਆਂ ਥਾਵਾਂ ਤੇ ਹੀ ਮਹਾਰਾਜ ਜੀਆਂ ਦੇ ਆਉਣ ਦੀ ਪਸਰ ਖਬਰ ਪਹੁੰਚ ਗਈ। ਸ਼ਰਧਾ ਸਹਿਤ ਭਾਉ ਕੋ ਤਰ ਤਰ, ਔਰ ਪ੍ਰੇਮ ਸਹਿਤ ਸ਼ਰਧਾ ਸਹਿਤ ਮਹਾਰਾਜ ਜੀਆਂ ਦੇ ਪਾਵਨ ਚਰਨ ਕਮਲਾਂ ਦਾ ਭਾਉ ਤਰ ਕਰਕੇ ਜਾਏ ਸੰਗਤਾਂ ਆਨੰਦ ਕਰ ਕਰ, ਔਰ ਸੰਗਤਾਂ ਜਾ ਰਹੀਆਂ ਹਨ ਆਨੰਦ ਸਹਿਤ
ਰਹਿਤ। ਸੁਜਸ ਉਚਾਰਿਤ ਨਰ ਤ੍ਰਿਆ ਘਰ ਕਰ। ਔਰ ਪਾਤਸ਼ਾਹ ਜੀ ਦੀ ਉਪਮਾ ਹਰ ਇੱਕ ਘਰ ਦੇ ਅੰਦਰ ਮਹਾਰਾਜ ਜੀ ਦੀ ਉਪਮਾ ਹੋ ਰਹੀ ਹੈ। ਉਪਦੇਸ਼ਿਤ ਨਿਤ ਸਿਮਰੋ ਹਰ ਹਰ। ਮਹਾਰਾਜ ਜੀ ਕੀ ਉਪਦੇਸ਼ ਦੇ ਰਹੇ ਹਨ ਸਾਰੀ ਸੰਗਤ ਨੂੰ? ਭਾਈ ਉਸ ਪਰਮੇਸ਼ਰ ਸਾਥ ਆਪਣਾ ਚਿੱਤ ਜੋੜਨਾ ਕਰੋ, ਉਸ ਹਰੀ ਪਰਮੇਸ਼ਰ ਨੂੰ ਸਿਮਰੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਲਾਹੌਰ ਵਸਨੀਕਾਂ ਨੂੰ, ਸਾਰੀ ਸੰਗਤ ਨੂੰ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਇੱਥੇ ਧਰਵਾਸ ਤਥਾ ਉਪਦੇਸ਼ ਮਹਾਰਾਜ ਜੀਆਂ ਨੇ ਸਾਰੀ ਸੰਗਤ ਜੀ ਨੂੰ ਦਿੱਤਾ ਹੈ। ਸਾਧ ਸੰਗਤ ਜੀਓ, ਇੱਥੇ ਹੀ ਸਮਾਂ ਸਮਾਪਤ ਹੈ। ਧੰਨਵਾਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਗੁਰੂ ਮਹਾਰਾਜ ਜੀਓ ਕੇ ਹਜੂਰ ਪ੍ਰਥਮ ਇਹਨਾਂ ਥਾਵਾਂ ਤੇ ਸੇਵਾਵਾਂ ਮਹਾਰਾਜ ਜੀਆਂ ਨੇ ਸੇਵਾਵਾਂ ਦੇ ਗੱਫੇ ਬਖਸ਼ੇ ਸਨ। ਹੁਣ ਮਹਾਰਾਜ ਜੀਓ ਕੇ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਸਥਾਨਾਂ ਤੇ ਮਹਾਰਾਜ ਜੀਆਂ ਨੇ ਸੇਵਾਵਾਂ ਦਿੱਤੀਆਂ ਹਨ। ਉਹਨਾਂ ਸਥਾਵਾਂ ਤੇ ਸੇਵਾਵਾਂ ਨਿਭਾਈਆਂ ਹਨ। ਸਾਧ ਸੰਗਤ ਜੀਓ, ਗੁਰੂ ਕਿਰਪਾ ਗੁਰੂ ਰਹਿਮਤ ਸਦਕਾ ਧੰਨਵਾਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਸੇਵਾਵਾਂ। ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਸੰਗਤਾਂ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੋਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अविनाशी ਅਗਨਾਸ हे पूरण हे सर्वमय ਪੰਜਨ ਗੁਣ ਤਾਸ हे संगी हे निरंकार हे निर्गुण ਗੁਣ ਸਭ ਟੇਕ हे गोबिंद हे गुण निदान ਕੇ ਸਦਾ ਬਵੇਕ हे अपरंपर हर हरे है ਪੀਓ ਅਣਹਾਰੇ संता का सदा संग ਧਾਰਾ ਆਧਾਰ हे ठाकुर हौ दास रो ਮੈਂ ਨਿਰਗੁਣ ਗੁਣ ਨਹੀਂ ਕੋਇ नानक दीजा नाम दान ਕੋਈ ਐ ਪਰੋਇ आए प्रभु शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सूतरे पार जो शरदा कर सेवंदे गुर पारे उतारनार जो शरदा कर सेवंदे गुर पारे उतारनार वाहिगुरु जी का खालसा वाहिगुरु जी की फतेह।